ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ CJ ਸਿੱਧੂ ਸ਼ੋ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਐਵਰੀ ਥਰਸਡੇ ਅਸੀਂ ਤੁਹਾਡੇ ਕਿਸੇ ਨਾ ਕਿਸੇ ਕਮਿਊਨਿਟੀ ਐਕਟਿਵਿਸਟ ਨਾਲ, ਡਾਕਟਰ ਨਾਲ ਜਾਂ ਪੋਲੀਟੀਸ਼ੀਅਨ ਨਾਲ ਗੱਲ ਕਰਾਈ ਦੀ ਹੈ ਤਾਂ ਕਿ ਤੁਹਾਡੇ ਤੱਕ ਵੱਧ ਤੋਂ ਵੱਧ ਵਧੀਆ ਇਨਫੋਰਮੇਸ਼ਨ ਪਹੁੰਚਾਈ ਜਾ ਸਕੇ ਤਾਂ ਕਿ ਤੁਸੀਂ ਉਸ ਬੇਸ 'ਤੇ ਸੋਹਣੇ ਡਿਸੀਜਨ ਬਣਾ ਸਕੋ। ਇਸੇ ਕਰਕੇ ਅਸੀਂ ਆਪਦੀਆਂ ਫੋਨ ਲਾਈਨਸ ਵੀ ਓਪਨ ਰੱਖਦੇ ਹਾਂ। ਤੁਸੀਂ ਸਾਡੇ ਜਿਹੜੇ ਗੈਸਟ ਹੈਗੇ ਆ ਉਹਨਾਂ ਨੂੰ ਸਿੱਧਾ ਕਾਲ ਕਰਕੇ ਉਹਨਾਂ ਨੂੰ ਕੁਐਸਚਨ ਪੁੱਛ ਸਕਦੇ ਹੋ, ਪਰ ਤੁਸੀਂ ਬਲੌਕਡ ਕਾਲ 'ਤੇ ਅਸੀਂ ਨੰਬਰ ਤੁਹਾਡਾ ਨਹੀਂ ਚੱਕਣਾ। ਮੇਕ ਸ਼ੋਰ ਯੂਰ ਨੰਬਰ ਇਜ਼ ਡਿਸਪਲੇਡ ਇਫ ਇਟਸ ਬਲੌਕਡ ਬਾਈ ਆਵਰ ਸਟੇਸ਼ਨਸ ਡਿਸੀਜਨ ਵੀ ਆਰ ਨਾਟ ਅਲਾਊਡ ਟੂ ਪਿਕ ਅਪ ਦੈਟ ਫੋਨ। ਸੋ ਆਪਣੇ ਬੜੇ ਖੁਸ਼ੀ ਦੀ ਗੱਲ ਹੈ ਕਿ ਆਪਣੇ COVID-19 ਦੇ ਜਿਹੜੇ ਨੰਬਰਸ ਹੈ ਉਹ ਡਰੋਪ ਹੋ ਰਹੇ ਹੈ, 200 ਥੱਲੇ ਤੋਂ ਨੰਬਰ ਉਹ ਆ ਰਹੇ ਹੈ। ਸੋ ਇਹ ਮਤਲਬ ਆਪਾਂ ਜਿਵੇਂ ਕਹਿ ਦਈਦਾ ਕਿ ਲਾਈਟ ਐਂਡ ਆਫ ਦਾ ਟਨਲ ਆਪਾਂ ਨੂੰ ਦਿਖ ਰਹੀ ਹੈ। ਅਤੇ ਇਸ ਦੇ ਬਾਰੇ ਹੀ ਗੱਲਬਾਤ ਕਰਨ ਲਈ ਮੇਰੇ ਅੱਜ ਗੈਸਟ ਹਨ ਡਾਕਟਰ ਗੁਲਜ਼ਾਰ ਚੀਮਾ, ਜਿਨ੍ਹਾਂ ਨੂੰ ਇੰਟਰੋਡਕਸ਼ਨ ਦੀ ਕੋਈ ਬਹੁਤ ਲੰਮੀ ਚੌੜੀ ਲੋੜ ਨਹੀਂ ਕਿਉਂਕਿ ਉਹ ਕਮਿਊਨਿਟੀ ਦੇ ਵਿੱਚ ਵਿਚਰਦੇ ਹੈ, ਕਮਿਊਨਿਟੀ ਦੇ ਬੜੇ ਜਾਣਕਾਰ ਹੈ, ਕਮਿਊਨਿਟੀ ਦੀ ਸੇਵਾ ਕਰਦੇ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵਿਨੀਪੈਗ MLA ਰਹੇ, 2 ਪ੍ਰੋਵਿੰਸਾਂ 'ਚ MLA ਰਹਿਣ ਵਾਲੇ ਬਹੁਤ ਘੱਟ ਬੰਦੇ ਜਿਹੜੇ ਉਂਗਲਾਂ 'ਤੇ ਆਪਾਂ ਗਿਣ ਸਕਦੇ ਹਾਂ। ਇੱਥੇ MLA ਰਹੇ, ਮਿਨਿਸਟਰ ਰਹੇ, ਫੈਡਰਲੀ ਤੁਹਾਨੂੰ ਪਤਾ ਹੈ ਕਿ ਇਨਵੋਲਵ ਰਹੇ। ਜਸਟਿਨ ਟਰੂਡੋ ਨਾਲ ਇਹਨਾਂ ਬੜਾ ਦੇਰ ਦਾ ਕਲੋਜ਼ ਦਾ ਵਾਸਤਾ ਆ। ਸੋ ਕਮਿਊਨਿਟੀ ਐਕਟਿਵਿਸਟ ਹੈ। ਬਾਕੀ ਇਹਨਾਂ ਦੀ ਜੇ ਮੈਂ ਬਾਇਓ ਪੜ੍ਹਨ ਲੱਗਿਆ ਤਾਂ ਸਾਡੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਘੱਟ ਰਹਿ ਜਾਣਗੀਆਂ। ਸੋ ਵੈਲਕਮ ਡਾਕਟਰ ਗੁਲਜ਼ਾਰ ਚੀਮਾ। ਸਭ ਤੋਂ ਪਹਿਲਾਂ CJ ਸਾਰੇ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਗੁੱਡ ਈਵਨਿੰਗ। ਐਂਡ ਜਿੱਥੇ ਜਿੱਥੇ ਆਪਣਾ ਪ੍ਰੋਗਰਾਮ ਦੇਖਦੇ ਨੇ, ਆਪਾਂ ਨੇ ਅੱਜ ਸਾਡਾ ਜਿਹੜਾ ਪ੍ਰੋਗਰਾਮ ਹੈ ਕੋਵਿਡ ਵਾਸਤੇ ਹੈਗਾ 19 ਬਾਰੇ। COVID-19 ਜਿਸ ਤਰ੍ਹਾਂ ਤੁਹਾਨੂੰ ਪਤਾ ਵੀ ਜਦੋਂ ਇਹ 2019 ਦੇ ਵਿੱਚ ਸ਼ੁਰੂ ਹੋਇਆ ਸੀ, ਅਕਤੂਬਰ ਦੇ ਵਿੱਚ, ਨਵੰਬਰ ਦੇ ਵਿੱਚ ਗੱਲ ਸਾਰੀ ਸ਼ੁਰੂ ਹੋਈ, ਤਾਂ ਉਦੋਂ ਤੋਂ ਆਪਾਂ ਨੇ ਮਲਟੀਪਲ ਸ਼ੋਜ਼ ਕੀਤੇ ਨੇ। ਤੁਹਾਡੇ ਸਟੇਸ਼ਨ 'ਤੇ ਸ਼ੋਜ਼ ਕਾਫੀ ਹੋਏ, ਤੁਹਾਡੇ ਨਾਲ ਹੋਏ, ਬਾਕੀ ਤੁਹਾਡੇ ਜਿਹੜੇ ਪ੍ਰੋਮੀਨੈਂਟ ਹੋਸਟ ਸਾਰਿਆਂ ਨਾਲ ਕੀਤੇ। ਸਾਂਝਾ TV ਨੇ ਬੜਾ ਲੀਡਿੰਗ ਰੋਲ ਪਲੇ ਕੀਤਾ ਫਰਮ ਦਾ ਬਿਗਨਿੰਗ ਟੂ ਗਿਵ ਦਾ ਇਨਫੋਰਮੇਸ਼ਨ ਵੀ ਲੋਕਾਂ ਨੂੰ ਪਤਾ ਹੋਏ ਕੀ ਹੋ ਰਿਹਾ। ਇਹ ਹੈਗਾ ਵਲੰਟੀਅਰ ਵਰਕ ਤੁਹਾਡਾ, ਮੇਰਾ, ਬਾਕੀਆਂ ਦਾ। ਸੋ ਇਹਦੇ ਵਿੱਚੋਂ ਅਸੀਂ ਕੋਈ ਲੈਣ ਦੇਣ ਨਹੀਂ ਹੈਗਾ। ਸੋ ਜਿਹੜੀ ਇਨਫੋਰਮੇਸ਼ਨ ਆਪਾਂ ਅੱਜ ਗੱਲ ਕਰਨੀ ਹੈ ਸਾਰੀ ਇਹ ਬੇਸਡ ਔਨ ਦਾ ਫੈਕਟਸ ਹੈ, ਤੱਥਾਂ ਦੇ ਆਧਾਰ 'ਤੇ ਲੌਜਿਕ ਗੱਲ ਕਰਨੀ। ਇਹਦੇ ਨਾਲ ਕੋਈ ਕਿਸੇ ਗੱਲ ਦੀ ਟੈਂਟ ਨਹੀਂ ਹੈਗੀ। ਜਿਹੜਾ ਵੀ ਤੁਹਾਡੇ ਕੋਲ ਸਵਾਲ ਹੈਗਾ ਤੁਸੀਂ ਮੈਨੂੰ ਉਹ ਸਵਾਲ ਪੁੱਛੋ, ਮੈਂ ਤੁਹਾਡੀ ਉਹ ਟਰਾਈ ਕਰਾਂਗਾ ਵੀ ਤੁਹਾਨੂੰ ਉਹਦੇ ਸਵਾਲ ਦੇ ਜਵਾਬ ਦੇਈਏ। ਪਬਲਿਕ ਇਨਫੋਰਮੇਸ਼ਨ ਇੱਕ ਦੂਜੇ ਆਪਾਂ ਇਹ ਵੇਖਿਆ ਸੀ ਵੀ ਇਹਨੂੰ ਅਸੀਂ ਪੋਲੀਟੀਕਲ ਰੰਗ ਰੂਪ ਨਹੀਂ ਦਿੱਤਾ। ਜਿਹੜੀ COVID-19 ਸੀ ਸਾਰੇ ਕੈਨੇਡਾ ਵਿੱਚ ਲੋਕਾਂ ਨੇ ਮਿਲ ਕੇ ਇਕੱਠੇ ਤੌਰ 'ਤੇ ਕੰਮ ਕੀਤਾ। ਪ੍ਰਧਾਨ ਮੰਤਰੀ ਆਪਣੇ ਜਸਟਿਨ ਟਰੂਡੋ ਨੇ ਨੰਬਰ 1 ਕੰਮ ਕੀਤਾ। ਆਪਣੇ ਜਿਹੜੇ ਪ੍ਰੋਵਿੰਸ ਦੇ ਜਿਹੜੇ ਪ੍ਰੀਮੀਅਰ ਨੇ ਜੌਨ ਹੌਰਗਨ, ਉਹਨਾਂ ਨੇ ਵੀ ਇਹਦੇ 'ਤੇ ਬੜੀ ਐਕਸੈਪਸ਼ਨਲ ਉਹਨਾਂ ਨੇ ਆਪਣੀ ਸਰਵਿਸ ਡਿਸਪਲੇ ਕੀਤੀ ਹੈ। ਅਤੇ ਜਿਹੜੇ ਸਾਡੇ ਮਿਨਿਸਟਰ ਆਫ ਹੈਲਥ ਨੇ ਉਹਨਾਂ ਦੇ ਸਟਾਫ ਨੇ ਜੋ ਵੀ ਇਹਨਾਂ ਜਿਸ ਤਰੀਕੇ ਨਾਲ ਕੰਮ ਕੀਤਾ ਸਾਰੇ ਮੈਂ ਸਮਝਣਾ ਵੀ ਸ਼ਲਾਘਾਯੋਗ ਹੈ। ਕਿਉਂਕਿ ਹੁਣ ਉਹ ਸਟੇਜ ਤੁਹਾਨੂੰ ਦਿਸਦੀ ਪਈ ਹੈ ਸਾਨੂੰ ਵੀ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇਹ ਕੰਮ ਠੀਕ ਹੋ ਰਿਹਾ, ਤਾਂ ਕੋਈ ਨਾ ਕੋਈ ਜਿੱਥੇ ਜਿੱਥੇ ਕੰਮ ਠੀਕ ਹੋ ਰਿਹਾ ਵੀ ਸ਼ੁੱਡ ਸੇ ਕਲੀਅਰਲੀ ਵੀ ਆਹ ਕੰਮ ਠੀਕ ਹੈ। ਸੋ ਮੈਂ ਸਮਝਣਾ ਵੀ ਇਹਦੇ ਵਿੱਚੋਂ ਅੱਜ ਜਿਹੜੇ ਨਾ COVID-19 ਦੇ ਕੇਸਿਸ ਬੜੇ ਘਟੇ ਨੇ, ਆਪਣੀ ਐਡਮਿਸ਼ਨਸ ਵੀ ਘੱਟ ਨੇ। ਪਰ ਜਿਹੜੀ ਗੁੱਡ ਨਿਊਜ਼ ਹੈ ਵੀ ਆਲਮੋਸਟ ਸਮਝ ਲਓ ਵੀ 72% ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਇੰਜੈਕਸ਼ਨ ਦੀ ਜਾਂ ਜਿਨ੍ਹਾਂ ਦੀ ਜਿਹੜੇ ਐਲੀਜੀਬਲ ਨੇ ਉਹਨਾਂ ਨੂੰ ਫਸਟ ਡੋਜ਼ ਜਿਹੜੀ ਲੱਗ ਚੁੱਕੀ ਹੈ। ਕਮ ਸੇ ਕਮ 3 ਲੱਖ ਲੋਕਾਂ ਨੂੰ ਸੈਕੰਡ ਡੋਜ਼ ਵੀ ਲੱਗ ਚੁੱਕੀ ਹੈ, ਇਨਕਲੂਡਿੰਗ ਮੈਂ ਵੀ ਸੈਕੰਡ ਡੋਜ਼ ਕੱਲ੍ਹ ਪਰਸੋਂ ਲਵਾਈ ਸੀ। ਅਤੇ ਉਸ ਤੋਂ ਬਾਅਦ 2 ਦਿਨ ਤੱਕ ਤੇ ਥੋੜ੍ਹਾ ਬਹੁਤਾ ਬੁਖਾਰ ਰਿਹਾ, ਇੱਕ ਥੋੜ੍ਹੀ ਬਹੁਤੀ ਤਕਲੀਫ ਤਾਂ ਰਹਿੰਦੀ ਹੈ, ਥੋੜ੍ਹਾ ਨਾਊਜ਼ੀਆ ਵੀ ਰਿਹਾ ਸੀ ਸੈਕੰਡ ਡੋਜ਼ ਤੋਂ ਬਾਅਦ। ਪਰ ਮੈਂ ਸਮਝਣਾ ਵੀ ਇਹ ਛੋਟੇ ਮੋਟੀਆਂ ਗੱਲਾਂ ਨੇ, ਇਹਨਾਂ ਨੂੰ ਆਪਾਂ ਇਹਦੇ ਬਾਰੇ ਫਿਕਰ ਕਰਨ ਦੀ ਜ਼ਰੂਰਤ ਕੋਈ ਨਹੀਂ। ਸੋ ਓਵਰਆਲ ਜਿਹੜੀ ਇਹਨਾਂ ਬੜੀ ਮੁਸ਼ਕਿਲ ਰਹੀ ਹੈ ਅਤੇ ਉਹ ਮੁਸ਼ਕਿਲ ਦੇ ਵਿੱਚ ਲੋਕਾਂ ਨੇ ਸਾਥ ਦਿੱਤਾ। ਰਿਮੈਂਬਰ ਕਿ ਆਪਾਂ ਸਰੀ ਦੇ ਵਿੱਚ ਸਾਡੀ ਪਾਪੂਲੇਸ਼ਨ ਜ਼ਿਆਦਾ, ਫਰੇਜ਼ਰ ਹੈਲਥ ਵਿੱਚ ਕਮ ਸੇ ਕਮ 1.99 ਮਿਲੀਅਨ ਲੋਕ ਨੇ, ਉਹਦੇ ਵਿੱਚੋਂ ਸਿਗਨੀਫਿਕੈਂਟ ਪੋਰਸ਼ਨ ਸਾਡਾ। ਅਤੇ ਉਹ ਜਿਹੜਾ ਸਿਗਨੀਫਿਕੈਂਟ ਜਿਹੜਾ ਸਾਡਾ ਭਾਈਚਾਰਾ ਉਹਦੇ 'ਤੇ ਕਈ ਤਰ੍ਹਾਂ ਦੇ ਪਹਿਲਾਂ ਗੱਲਾਂ ਹੋਈਆਂ, ਕਿੰਤੂ ਪਰੰਤੂ ਵੀ ਹੋਏ। ਕਈ ਵਾਰੀ ਉਹਨਾਂ ਨੇ ਕਿਹਾ ਵੀ ਇਹ ਵਾਇਰਸ ਲੈ ਕੇ ਆ ਨੇ, ਇਹਨਾਂ ਨੇ ਇੰਡੀਆ ਤੋਂ ਲਿਆਂਦੀ, ਇਹਨਾਂ ਵੇਰੀਐਂਟ ਲਿਆਂਦਾ। ਸੋ ਕਈ ਗੱਲਾਂ ਹੋਈਆਂ। ਪਰ ਜਦੋਂ ਕਮਿਊਨਿਟੀ ਇੱਕ ਬੜਾ ਵੱਡਾ ਹਿੱਸਾ ਪ੍ਰੋਵਿੰਸ ਦਾ ਬੜੇ ਉਹਨਾਂ ਨੇ ਆਪਣਾ ਬੜਾ ਵੱਡਾ ਇੱਕ ਪੋਜ਼ੀਟਿਵ ਰੋਲ ਡਿਸਪਲੇ ਕਰਕੇ ਅਤੇ ਸ਼ੋਅ ਕੀਤਾ ਵੀ ਇਹ ਗੱਲਾਂ ਦੇ ਵਿੱਚ ਇਹ ਫਾਲਤੂ ਗੱਲਾਂ ਨੇ, ਇਹਨਾਂ ਦਾ ਮਤਲਬ ਅਸਲੀ ਲਾਈਫ ਨਾਲ ਕੋਈ ਨਹੀਂ। ਸੋ ਕਾਫੀ ਕੰਟਰੋਲ ਹੈ ਹੁਣ।
ਤੇ ਨਾਲੇ ਜਿਹੜਾ ਇੱਕ ਵੀ ਬਾਰ-ਬਾਰ ਸ਼ੋਅ 'ਚ ਮੈਂ ਕਿਹਾ ਸੀ ਕਿ ਜਿਹੜੇ ਲੋਕ ਫਰੇਜ਼ਰ ਹੈਲਥ ਵਿੱਚ ਨੇ ਉਹ ਫਰੇਜ਼ਰ ਹੈਲਥ ਵਿੱਚ ਨਹੀਂ ਉਹ ਸੀਮਿਤ ਹੈਗੇ, ਉਹ ਬਾਕੀ ਜਗ੍ਹਾ 'ਤੇ ਟਰੈਵਲ ਕਰਦੇ ਨੇ, ਕੰਮ ਕਰਦੇ ਨੇ ਕਈ। ਸੋ ਕਾਫੀ ਜ਼ਿਆਦਾ ਜਿਹੜੀ ਆਵਾਜਾਈ ਲੋਕਾਂ ਦੀ ਸੀ ਜ਼ਿਆਦਾ। ਸੋ ਓਵਰਆਲ ਜਿਹੜਾ ਇਹਨਾਂ ਨੰਬਰਸ ਆ ਨਾਓ ਠੀਕ ਨੇ। ਕੈਨੇਡਾ ਦੇ ਨੰਬਰ ਵੀ ਇੰਪਰੂਵ ਹੋ ਰਹੇ ਨੇ। ਵੈਕਸੀਨੇਸ਼ਨ ਦਾ ਦੇਖੋ ਤਾਂ ਕਿਸ ਤਰ੍ਹਾਂ ਆਲਮੋਸਟ ਮਿਲੀਅਨਸ ਆਫ ਡੋਜ਼ਸ ਨੇ। ਸੋ ਲੋਕਾਂ ਦੇ ਮੈਂ ਸਵਾਲਾਂ ਦੇ ਜਵਾਬ ਚਾਹੁੰਦਾ ਵੀ ਦਈਏ ਅੱਜ, ਕਿਉਂਕਿ ਕਾਫੀ ਸਵਾਲ ਨੇ। ਕਦੋਂ ਲਾਉਣਾ ਚਾਹੀਦਾ ਇੰਜੈਕਸ਼ਨ, ਕਿਹੜਾ ਲਵਾਉਣਾ ਚਾਹੀਦਾ, ਸਾਈਡ ਇਫੈਕਟਸ ਕੀ ਨੇ, ਅਵੇਲੇਬਿਲਿਟੀ ਕੀ ਹੈ, ਆਪਾਂ ਨੂੰ ਕੰਮ 'ਤੇ ਵਾਪਸ ਆਪਾਂ ਕਦੋਂ ਜਾਣਾ, ਆਈਸੋਲੇਸ਼ਨ ਆ ਉਹਦਾ ਕੀ ਚੱਕਰ ਹੈ, ਕੁਆਰੰਟੀਨ ਦਾ ਕੀ ਚੱਕਰ ਹੈ, ਆਪਾਂ ਰੂਲ ਕਿਹੜੇ ਨੇ ਫਾਲੋ ਨਹੀਂ ਕਰਦੇ ਪਏ, ਕਿਹੜੇ ਕਰਨੇ ਚਾਹੀਦੇ ਨੇ। ਸੋ ਆਪਾਂ ਉਹਦੇ ਬਾਰੇ ਗੱਲ ਕਰਨੇ ਆ। ਸੋ ਤੁਹਾਡੇ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਮੈਂ ਵੇਖਣ ਵਾਲਿਆਂ ਨੂੰ ਇਹੋ ਬੇਨਤੀ ਕਰਾਂਗਾ ਵੀ ਸਵਾਲ ਪੁੱਛੋ। ਕੋਈ ਸਵਾਲ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ, ਸਵਾਲ ਤੇ ਸਵਾਲ ਹੀ ਹੈ, ਉਹਦੇ ਨਾਲ ਕੋਈ ਲੈਸ। ਸੋ ਡਾਕਟਰ ਸਾਹਿਬ ਨੇ ਜਿਵੇਂ ਕਿਹਾ ਹੈਗਾ ਕਿ ਆ ਸਾਡਾ ਖੁੱਲ੍ਹਾ ਪਲੈਟਫਾਰਮ ਹੈ, ਅੱਜ ਸਾਡੀਆਂ ਫੋਨ ਲਾਈਨਸ ਓਪਨ ਹੈ, ਇਹਨਾਂ ਨੂੰ ਤੁਸੀਂ ਡਾਇਰੈਕਟਲੀ ਜਿਹੜੇ ਕੋਵਿਡ ਰਿਲੇਟਡ ਜਿਹੜੇ ਕੁਐਸਚਨਾਂ ਨੂੰ ਫੋਨ ਕਰਕੇ ਤੁਸੀਂ ਕਾਲ ਕਰ ਸਕਦੇ ਹੋ। ਸਾਡੇ ਫੋਨ ਨੰਬਰ ਸਕਰੀਨ ਤੇ ਚੱਲ ਰਹੇ ਹੈ। ਸੋ ਡਾਕਟਰ ਸਾਹਿਬ ਤੁਸੀਂ ਇਹ ਬਹੁਤ ਸੋਹਣੇ ਤਰੀਕੇ ਨਾਲ ਕਿਹਾ ਕਿ ਸਾਊਥ ਏਸ਼ੀਅਨ ਕਮਿਊਨਿਟੀ ਜਾਂ ਚਾਈਨੀਜ਼ ਕਮਿਊਨਿਟੀ, ਸੋ ਰੇਸ ਬੇਸਡ ਗੱਲਾਂ ਕਰਨੀਆਂ। ਤੇ ਡਾਕਟਰ ਬੌਨੀ ਹੈਨਰੀ ਨੇ ਬੜੇ ਸੋਹਣੇ ਤਰੀਕੇ ਨਾਲ ਕਿਹਾ ਸੀਗਾ, ਕਿਉਂਕਿ ਜਿਹੜੇ ਫਰੰਟ ਲਾਈਨ ਵਰਕਰ ਜੇ ਹੋਣਗੇ ਫਰੇਜ਼ਰ ਹੈਲਥ ਦੇ ਵਿੱਚ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਦੀ ਜੇ ਗੱਲ ਕਰੀਏ, ਜੋ ਰੈਸਟੋਰੈਂਟਾਂ 'ਚ ਸਾਹਮਣੇ ਕੰਮ ਕਰਦੇ ਆ, ਹਸਪੀਟਲ ਜੇ ਸਾਹਮਣੇ ਕੰਮ ਕਰਦੇ ਆ, ਕਲੀਨ ਅਪ ਦੇ ਕੰਮ ਕਰਦੇ ਆ, ਜਾਂ ਜੋ ਵੀ ਜੌਬਾਂ ਆ, ਸੋ ਜੇ ਫਰੰਟ ਲਾਈਨ ਵਰਕਰ ਹੈ ਉਹ ਦੇਰ ਇਜ਼ ਅ ਹਾਇਰ ਚਾਂਸਿਸ ਉਹਨਾਂ ਨੇ ਡਾਇਗਨੋਸ ਹੋਣਾ ਹੀ ਹੋਣਾ ਹੈ। ਦੇਖੋ ਬੜੀ ਸਿੰਪਲ ਗੱਲ ਹੈ ਕਿ ਜਸਟ ਲੁੱਕ ਐਟ ਵੀ ਜਦੋਂ ਆਪਾਂ ਉਤਰਨੇ ਆ ਏਅਰਪੋਰਟ 'ਤੇ, ਤੁਹਾਨੂੰ ਉੱਥੇ ਜਿਹੜਾ ਹੋ ਸਕਦਾ CBA ਆਫਿਸਰ ਵੀ ਆਪਣਾ ਹੀ ਮਿਲੇ, ਤੁਹਾਨੂੰ ਮਿਲੇ ਸਫਾਈ ਕਰਨ ਵਾਲਾ ਬੰਦਾ ਵੀ ਆਪਣਾ ਹੋ ਸਕਦਾ, ਤੇ ਟੈਕਸੀ ਇੰਡਸਟਰੀ ਵਾਲਾ ਵੀ ਆਪਣਾ ਹੋਏ। ਤੁਸੀਂ ਕਿਤੇ ਆਪਣੀ ਕਾਫੀ ਪਿਕ ਕਰਨੀ, ਉੱਥੇ ਆਪਣੇ ਬੰਦੇ ਖੜੇ ਨੇ, ਫਿਰ ਤੁਸੀਂ ਘਰ ਆਉਣਾ, ਆਪਣੇ ਕੋਲ ਹੀ ਆਉਣਾ। ਸੋ ਤੁਹਾਡੀ ਸਾਰੀ ਜਿਹੜੀ ਚੇਨ ਹੈ ਉਹ ਚੇਨ ਦੇ ਵਿੱਚ ਸਾਰੇ ਆਪਣੀ ਕਮਿਊਨਿਟੀ ਤੋਂ ਸਾਰੇ ਕੰਮ ਦੀ ਕਾਰਜ ਕਰਦੇ ਪਏ ਨੇ, ਵਿਹਲੇ ਤੇ ਨਹੀਂ ਬੈਠੇ। ਕਿਸੇ ਨੇ 24 ਘੰਟੇ ਦੇ ਘਰ ਤੁਸੀਂ ਬਹਿ ਨਹੀਂ ਸਕਦੇ ਸੀ। ਸੋ ਮੁਸ਼ਕਲ ਟਾਈਮ ਸੀ, ਮੁਸ਼ਕਲ ਟਾਈਮ ਦੇ ਵਿੱਚ ਲੋਕਾਂ ਨੇ ਆਪਣੇ ਆਪ ਨੂੰ ਕੰਮ ਕਰਕੇ ਸੋ ਐਕਸਪੋਜ਼ਰ ਤੇ ਹੋਣਾ ਹੀ ਸੀ। ਪਰ ਇਹ ਵੀ ਜਿਹੜੀਆਂ ਇੰਸਟਰਕਸ਼ਨਾਂ ਸੀ ਉਹ ਇਨੀਸ਼ੀਅਲ ਸਟੇਜ ਦੇ ਵਿੱਚ ਫੋਲੋ ਕੀਤੀਆਂ। ਵਿੱਚੋਂ ਇੱਕ ਪੀਰੀਅਡ ਆ ਗਿਆ ਵੀ ਬੜੀ ਖੁਸ਼ੀ ਹੋ ਗਈ, ਤਾਂ ਉਹ ਖੁਸ਼ੀ ਦੇ ਵਿੱਚ ਪਟਾਕਾ ਪੈ ਗਿਆ। ਫਿਰ ਦੁਬਾਰਾ ਫਿਰ ਫੋਲੋ ਅਪ ਕੀਤਾ, ਹੁਣ ਵੇਵ ਜਿਹੜੀ ਸੀ ਉਹਨੂੰ ਕੰਟਰੋਲ ਕੀਤਾ ਗਿਆ। ਪਰ ਗੱਲ ਤਾਂ ਇਹ ਵੀ ਇਹ ਡਿਸਿਪਲਿਨ ਹੈ, ਜਿਹੜਾ ਡਿਸਿਪਲਿਨ ਦਿਖਾ ਕੇ ਜਿਹੜਾ ਨਾ ਫਰੰਟ ਲਾਈਨ ਵਰਕਰਸ ਨੇ ਉਹਨਾਂ ਨੇ ਇਸ ਚੀਜ਼ ਨੂੰ ਸਾਬਤ ਕਰਤਾ ਕਿ ਅਸੀਂ ਇਸ ਚੀਜ਼ ਦਾ ਰੋਕਥਾਮ ਕਰ ਸਕਦੇ ਹਾਂ। ਸੋ ਡਾਕਟਰ ਸਾਹਿਬ ਇਹ ਜਿਹੜੇ ਨੰਬਰਸ ਹੈ, ਮਤਲਬ ਰੇਸ ਬੇਸ ਤਾਂ ਨਹੀਂ ਆਪਾਂ ਨੂੰ ਗੱਲ ਕਰਨੀ ਚਾਹੀਦੀ ਸੀ, ਬਟ ਜਿਹੜੇ ਫਰੇਜ਼ਰ ਹੈਲਥ ਦੇ ਨੰਬਰ ਹੈ ਸਟਿਲ ਈਵਨ ਐਜ਼ ਆਫ ਯੈਸਟਰਡੇਜ਼ ਨੰਬਰ ਲਾਈਕ 60% ਕੇਸਿਸ ਆਪਣੇ ਫਰੇਜ਼ਰ ਹੈਲਥ ਦੇ ਵਿੱਚ ਹੈ। ਇਹਦਾ ਕੋਈ ਸਪੈਸੀਫਿਕ ਰੀਜ਼ਨ ਹੈ ਵਾਈ ਫਰੇਜ਼ਰ ਹੈਲਥ ਕੰਪੇਅਰ ਟੂ ਅਦਰ ਹੈਲਥ ਅਥਾਰਟੀਜ਼ ਵੀ ਆਪਣੇ ਨੰਬਰ ਇੰਨੇ ਜ਼ਿਆਦਾ ਹੈ? ਦੇਖੋ ਬੜਾ ਮੁਸ਼ਕਲ ਹੈ ਵੀ ਪਿਨ ਪੁਆਇੰਟ ਕਰਨਾ। ਵੀ ਗੱਲ ਤੇ ਆ ਵੀ ਤੁਸੀਂ ਇੱਕ ਮੈਂ ਸਮਝਣਾ ਕਿ ਇੱਕ ਹੈਗਾ ਮੇਰੇ ਮੁਤਾਬਿਕ ਇੱਕ ਜਿਹੜਾ ਇਸ਼ੂ ਜਾਂ ਇੱਕ ਕਾਰਨ ਹੋ ਸਕਦਾ ਮੇਨ, ਉਹ ਹੈਗਾ ਹਾਈ ਡੈਂਸਿਟੀ। ਜਿਹੜੀ ਪਾਪੂਲੇਸ਼ਨ ਹੈ ਆਪਾਂ ਸਾਰੇ ਦੇਖੋ ਸਰੀ 'ਚ ਜਾਂ ਐਵਸਫੋਰਡ ਜਾਂ ਐਲਡਰ ਗਰੋਵ ਦੇ ਜਾਂ ਏਰੀਏ ਵਿੱਚ ਹੀ ਪਾਪੂਲੇਸ਼ਨ ਜ਼ਿਆਦਾ। ਪਾਪੂਲੇਸ਼ਨ ਜਦੋਂ ਆਪਾਂ ਇਕੱਠੇ ਰਹਿ ਰਹੇ ਹਾਂ ਇੰਨੇ ਜ਼ਿਆਦਾ ਤੇ ਉਹਦੇ ਵਿੱਚ ਹੁੰਦਾ ਵੀ ਨਾਲ ਇੱਕ ਘਰ ਦੇ ਵਿੱਚ 4 ਨੇ ਜਨਰੇਸ਼ਨਸ, ਐਕਸਟੈਂਡਡ ਫੈਮਿਲੀਜ਼ ਲਿਵ ਟੁਗੇਦਰ। ਡਾਕਟਰ ਸਾਹਿਬ ਇੱਕ ਵਾਰੀ ਫੋਨ ਕਾਲ ਲੈ ਲਈ। ਹਾਂਜੀ ਕਾਲਰ ਤੁਸੀਂ ਲਾਈਨ ਤੇ ਹੋ ਜੀ। ਸਤਿ ਸ਼੍ਰੀ ਅਕਾਲ ਸੀਜੇ ਸਿੱਧੂ ਐਂਡ ਚੀਮਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਸਵਾਲ ਹੈ, ਜਿੱਦਾਂ ਕਿ ਪੈਨਸ਼ਨ ਬਾਰੇ, ਜਿੱਦਾਂ ਜਿਹੜੇ ਘੱਟ ਟੈਕਸ ਦਿੱਤਾ ਹੈ ਉਹਨਾਂ ਨੂੰ ਬੱਸ ਪਾਸ ਵੀ ਹੈ, ਸਾਨੂੰ ਬੱਸ ਪਾਸ ਵੀ ਨਹੀਂ। ਅਸੀਂ ਇੰਨਾ ਟੈਕਸ ਦਿੱਤਾ 60 70 ਹਜ਼ਾਰ ਤੇ ਸਾਡਾ ਕਿ ਉਹਨੂੰ ਬੱਸ ਪਾਸ ਸੀਨੀਅਰ ਦਾ। ਡਾਕਟਰ ਸਾਹਿਬ ਇਹਦੇ ਬਾਰੇ ਤਾਂ ਮੇਰੇ ਕੋਲ ਜਵਾਬ ਕੋਈ ਨਹੀਂ, ਕਿਉਂਕਿ ਆਪਣਾ ਪ੍ਰੋਗਰਾਮ ਹੈਗਾ ਕੋਵਿਡ-19 ਬਾਰੇ। ਮੇ ਬੀ ਇਹਦੇ ਬਾਰੇ ਆਪਾਂ ਕਿਸੇ ਦਿਨ ਹੋਰ ਗੱਲ ਕਰ ਲਾਂਗੇ, ਕਿਉਂਕਿ ਮੇਰੇ ਕੋਲ ਕੋਈ ਇਹੋ ਜਿਹੀ ਪੋਜੀਸ਼ਨ ਨਹੀਂ, ਕੋਈ ਮੈਨੂੰ ਆਥੋਰਾਈਜੇਸ਼ਨ ਨਹੀਂ ਵੀ ਮੈਂ ਇਸ ਟਾਪਿਕ ਬਾਰੇ ਮੈਂ ਗੱਲ ਕਰਾਂ। ਹਾਂਜੀ, ਪਰ ਮੈਂ ਹੈਲਥ ਬਾਰੇ ਮੈਂ ਚਾਹੁੰਦਾ ਵੀ ਤੁਸੀਂ ਮੈਨੂੰ ਸਵਾਲ ਕਰੋ। ਪਰ ਡੈਫੀਨੇਟਲੀ ਜਿਹੜਾ ਤੁਹਾਡਾ ਮੈਸੇਜ ਹੈ, ਜਿਹੜੇ ਮੇਰੇ ਦੋਸਤ ਨੇ ਮੈਂਬਰ ਆਫ ਪਾਰਲੀਮੈਂਟ 'ਚ, ਉਹਨਾਂ ਨਾਲ ਗੱਲ ਕਰਕੇ ਤੁਹਾਡਾ ਮੈਸੇਜ ਪਹੁੰਚਾ ਦਾਂਗੇ। ਮੇ ਬੀ ਉਹਨਾਂ ਨੂੰ ਕਹਿ ਦਾਂਗੇ ਆ ਕੇ ਵੀ ਤੁਹਾਨੂੰ ਇਸ ਗੱਲ ਦਾ ਜਵਾਬ ਦੇਣ। ਆਈ ਥਿੰਕ ਕੁਐਸਚਨ ਤੇ ਤੁਹਾਡਾ ਬੜਾ ਹੈਗਾ ਲੈਜੀਟਿਮੇਟ ਕੁਐਸਚਨ ਤੁਹਾਡਾ ਠੀਕ ਹੈ ਜੀ। ਤੇ ਆਪਣੇ ਅਸੀਂ ਜ਼ਰੂਰ ਇਹ ਤੁਹਾਡੀ ਜਿਹੜੀ ਆਵਾਜ਼ ਹੈਗੀ ਹੈ ਇਹ ਪਹੁੰਚਦੀ ਕਰਾਂਗੇ, ਕਿਉਂਕਿ ਇਹ ਜਿਹੜਾ ਬੱਸ ਪਾਸ ਦਾ ਜਿਹੜਾ ਕੁਐਸਚਨ ਹੈਗਾ ਸਾਡੇ ਕੋਲ, ਅਸੀਂ ਅੱਜ ਕੋਵਿਡ-19 ਦੀ ਗੱਲ ਕਰਕੇ ਸਾਨੂੰ ਐਗਜ਼ੈਕਟ ਪੂਰਾ ਪਤਾ ਵੀ ਨਹੀਂ,
ਵੀ ਕੀ ਸਿਚੁਏਸ਼ਨ ਹੈ। ਪਹਿਲਾਂ ਸੀਗਾ ਵੀ ਜਿਹੜੇ ਸੀਨੀਅਰਸ ਹੈ ਡਾਕਟਰ ਸਾਹਿਬ ਉਹਨਾਂ ਨੂੰ ਫ੍ਰੀ ਹੁੰਦਾ ਸੀਗਾ ਬੱਸ ਪਾਸ, ਪਰ ਹੁਣ ਮੈਨੂੰ ਕਰੰਟ ਸਿਚੁਏਸ਼ਨ ਮੈਨੂੰ ਵੀ ਨਹੀਂ ਪਤਾ। ਸੋ ਜਿਹੜੀ ਸਿਚੁਏਸ਼ਨ ਸਾਡੇ ਸਟੇਸ਼ਨ 'ਚ ਸਾਨੂੰ ਪਤਾ ਨਹੀਂ ਕਲੀਅਰਲੀ, ਉਸ 'ਤੇ ਅਸੀਂ ਕਮੈਂਟ ਕਰਕੇ ਜਾਂ ਗਲਤ ਇਨਫੋਰਮੇਸ਼ਨ ਨਹੀਂ ਦੇਣਾ ਮੰਗਦੇ, ਪਰ ਇਸ ਦੇ ਬਾਰੇ ਕਲੈਰੀਫਿਕੇਸ਼ਨ ਤੁਹਾਨੂੰ ਜ਼ਰੂਰ ਅਸੀਂ ਪੋਲੀਟੀਸ਼ੀਅਨਾਂ ਤੋਂ ਜਾਂ ਗੌਰਮੈਂਟ ਲੈਵਲ 'ਤੇ ਪਤਾ ਕਰਕੇ ਜ਼ਰੂਰ ਦੱਸਾਂਗੇ। ਸੋ ਆਪਣਾ ਤਾਂ ਡਾਕਟਰ ਸਾਹਿਬ ਜਿਹੜਾ ਬੇਸਿਕਲੀ ਸੋ ਕਾਲਸ ਅਸੀਂ ਰਿਸਪੈਕਟ ਕਰਾਂਗੇ। ਜੇ ਕੋਵਿਡ ਰਿਲੇਟਡ ਅਤੇ ਹੈਲਥ ਰਿਲੇਟਡ ਜੇ ਕੁਐਸਚਨਸ ਹੈਗੇ ਹੈ ਅਤੇ ਤੁਸੀਂ ਸਫਰ ਕਰ ਰਹੇ ਹੋ, ਜੇ ਉਹਦੇ ਬਾਰੇ ਗੱਲਬਾਤ ਕਰੋ ਤਾਂ ਡਾਕਟਰ ਸਾਹਿਬ ਅੱਜ ਉਹ ਐਡਰੈਸ ਕਰਨੇ ਹੈ। ਜਿਹੜੇ ਬਾਕੀ ਇਸ਼ੂਜ਼ ਹੈ, ਪੈਨਸ਼ਨ ਹੋ ਗਈ, ਬੱਸ ਪਾਸਿਸ ਜਾਂ ਅਦਰ ਇਸ਼ੂਜ਼ ਹੈ, ਇਹ ਨਹੀਂਗਾ ਕਿ ਉਹ ਇੰਪੋਰਟੈਂਟ ਨਹੀਂ, ਦੇ ਆਰ ਇਕੁਅਲੀ ਇੰਪੋਰਟੈਂਟ। ਪਰ ਉਹ ਜਦੋਂ ਕੋਈ ਪੋਲੀਟੀਸ਼ੀਅਨ ਆਉਂਦੇ ਮੇਰੇ ਸ਼ੋਅ 'ਤੇ ਉਹਨਾਂ ਨੂੰ ਪੁੱਛਿਆ ਕਰੋ, ਕੋਈ ਪੋਲੀਟੀਸ਼ੀਅਨ ਮੈਂ ਆਲਵੇਜ਼ ਲੈ ਕੇ ਆਉਣਾ ਹੁੰਦਾ। ਸੋ ਅੱਜ ਡਾਕਟਰ ਸਾਹਿਬ ਹੈ, ਤੁਸੀਂ ਮੈਡੀਕਲ ਡਾਕਟਰ ਹੋ, ਸਾਇੰਸ ਬੇਸਡ ਤੁਹਾਡੇ ਕੋਲ ਇਨਫੋਰਮੇਸ਼ਨ ਹੈ। ਸੋ ਡਾਕਟਰ ਸਾਹਿਬ ਰਾਈਟ ਨਾਓ ਆਪਣੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ there is a light end of the tunnel, ਆਪਾਂ ਹੁਣ ਇਸ ਟਾਈਮ what is the situation? ਦੇਖੋ ਅੱਜ ਜਿਹੜੇ ਕੇਸਿਸ ਨੇ, ਤੁਸੀਂ ਨੰਬਰ ਆਫ ਕੇਸਿਸ ਬਹੁਤ ਘੱਟ ਨੇ। ਸਰੀ ਵਿੱਚ ਫਿਰ ਵੀ ਤੁਸੀਂ ਦੱਸਿਆ ਵੀ ਜ਼ਿਆਦਾ ਨੇ, ਪਰ ICU ਵਿੱਚ ਘੱਟ ਨੇ। ਸੋ ਬੈਡਸ ਆਰ, ਦੇਖੋ ਕਾਫੀ ਜਿਹੜਾ ਸਿਸਟਮ ਦੀ ਇੰਪਰੂਵਮੈਂਟ ਹੋ ਰਹੀ ਹੈ। ਪਰ ਕੀ ਪਾਰਟ ਅਗੇਨ ਹੈ ਵੀ ਲੋਕਾਂ ਨੇ ਵੈਕਸੀਨੇਸ਼ਨ ਲਵਾਇਆ, ਫਸਟ ਡੋਜ਼ ਲਵਾ ਲਈ, ਸੈਕੰਡ ਡੋਜ਼ ਵੀ ਲਵਾ ਲਈ। ਪਹਿਲਾਂ ਜਦੋਂ ਆਪਾਂ ਫਸਟ ਡੋਜ਼ ਸ਼ੁਰੂ ਕੀਤੀ ਹੈ ਉਦੋਂ ਸੀ ਆਪਾਂ 8 ਹਫ਼ਤੇ ਦਾ ਟਾਈਮ ਲੈਣਾ, ਫਿਰ ਕਰਤਾ 4 ਮਹੀਨਿਆਂ ਦਾ। ਹੁਣ ਆਪਾਂ ਕਾਫੀ ਸਪਲਾਈ ਆ ਗਈ, ਹੁਣ 8 ਹਫ਼ਤਿਆਂ ਦੇ ਹੋ ਗਿਆ। ਸੋ ਬੈਸਟ ਤਰੀਕਾ ਹੈ ਵੀ ਆਪਾਂ ਨੂੰ ਜਿਹੜਾ ਵੀ ਵੈਕਸੀਨੇਸ਼ਨ ਮਿਲਦਾ, ਜਿਹੜਾ ਵੀ ਹੈਲਥ ਅਥਾਰਟੀ ਵਾਲੇ ਤੁਹਾਨੂੰ ਵੈਕਸੀਨੇਸ਼ਨ ਪ੍ਰੋਵਾਈਡ ਕਰਦੇ ਪਏ ਨੇ, ਉਹੀ ਤੁਹਾਡੇ ਵਾਸਤੇ ਠੀਕ ਹੈ। ਹਾਂਜੀ ਕਾਲਰ ਤੁਸੀਂ ਲਾਈਨ 'ਤੇ ਹੋ ਜੀ। ਓਕੇ, ਹੈਲੋ। ਹਾਂਜੀ ਪੁੱਛੋ ਜੀ ਡਾਕਟਰ ਸਾਹਿਬ ਨੂੰ ਕੁਐਸਚਨ। ਅੱਛਾ ਡਾਕਟਰ ਸਾਹਿਬ ਨੂੰ, ਹਾਂਜੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਕੁਐਸਚਨ ਇਹ ਆ ਬਈ ਜੇ ਹੁਣ ਕਈ ਬੰਦੇ ਇੰਡੀਆ ਤੋਂ ਆ ਰਹੇ ਨੇ, ਜਿੱਦਾਂ ਨਾ ਇੰਡੀਆ ਗਏ ਸੀ ਸਟਕ ਹੋ ਗਏ, ਤੇ ਉਹ ਫਿਰ ਇੱਥੇ ਹੁਣ ਕਿਹਨੂੰ ਕੰਟੈਕਟ ਕਰਨ ਵੈਕਸੀਨੇਸ਼ਨ ਲਵਾਉਣ ਲਈ? ਨੰਬਰ 2, ਤੇ ਜੇ ਕਿਸੇ ਨੇ ਉੱਥੇ ਕਿਸੇ ਨੇ ਇੰਜੈਕਸ਼ਨ ਲਵਾ ਲਏ ਜਾਂ ਇੱਕ ਡੋਜ਼ ਤੇ ਲੱਗ ਗਈ ਤਾਂ ਕਿਤੇ ਦੁਬਾਰਾ ਦੋਨੋਂ ਇੱਥੇ ਲਵਾ ਸਕਦੇ ਆ ਉਹਦੇ ਵਿੱਚ? ਡਾਕਟਰ ਸਾਹਿਬ ਸੋ ਇਹਨਾਂ ਦਾ ਕਹਿਣ ਦਾ ਹੈਗਾ ਕਿ ਜਿਹੜੇ ਲੋਕੀ ਆਪਣੇ ਮੈਡੀਕਲ ਕੰਡੀਸ਼ਨ ਕਰਕੇ ਤੇ ਜਾਂ ਟਰੈਵਲ ਰਿਸਟ੍ਰਿਕਸ਼ਨ ਕਰਕੇ ਉੱਥੇ ਸਟਕ ਹੋਏ ਹੈ, ਉਹਨਾਂ ਦਾ ਕੀ ਹੈਗੀ ਕੋਈ ਉਸ ਦੇ ਬਾਰੇ? ਦੇਖੋ ਉਹਨਾਂ ਦਾ ਤੇ ਅੱਜ ਤੱਕ ਤੇ ਕੋਈ ਉਹਨਾਂ ਨੇ ਅਨਾਉਂਸਮੈਂਟ ਨਹੀਂ ਕੀਤੀ ਵੀ ਜੂਨ ਦੇ ਐਂਡ ਤੱਕ ਹੈਗੀਆਂ ਰਿਸਟ੍ਰਿਕਸ਼ਨਸ। ਜਿਸ ਤਰੀਕੇ ਨਾਲ ਆਪਣੀ ਇੱਥੇ ਇੰਪਰੂਵਮੈਂਟ ਹੋ ਰਹੀ ਹੈ, ਆਮ ਸ਼ੋਰ ਵੀ ਗਵਰਨਮੈਂਟ ਉਸ ਚੀਜ਼ ਨੂੰ ਅਸੈਸਮੈਂਟ ਕਰਕੇ ਫਿਰ ਹੀ ਫਲਾਈਟਸ ਖੋਲ੍ਹਣਗੇ। ਪਰ ਹੁਣ ਕੀ ਪਾਰਟ ਵੀ ਜੇ ਤੁਹਾਨੂੰ 3 ਜਾਂ 4 ਹਫ਼ਤੇ ਹੋਰ ਰਹਿਣਾ ਵੀ ਪੈਂਦਾ ਉੱਥੇ, ਤੇ ਉਹ ਮੁਸ਼ਕਲ ਤੇ ਹੈਗਾ, ਪਰ ਕੋਈ ਹੋਰ ਪੋਸੀਬਿਲਿਟੀ ਨਹੀਂ ਹੈਗੀ। ਕਿਉਂਕਿ ਅਜੇ ਵੀ ਜਿੱਥੋਂ ਅਸੀਂ ਆਏ ਹਾਂ ਉੱਥੇ ਅਜੇ ਵੀ ਕੋਵਿਡ-19 ਦਾ ਅਜੇ ਵੀ ਖਲਾਰਾ ਬਹੁਤ ਪਿਆ। ਇੱਥੇ ਤੇ ਕਾਫੀ ਕੰਟਰੋਲ ਹੈ, ਖਾਸ ਕਰਕੇ ਜਦੋਂ ਇਨੀਸ਼ੀਅਲ ਸਟੇਜ ਦੇ ਆਈ ਥਿੰਕ ਜਨਵਰੀ ਜਾਂ ਫੈਬਰੀ ਵਿੱਚ ਲੋਕ ਆਏ ਸੀ, ਉਸ ਟਾਈਮ ਦੇ ਵਿੱਚ ਕਾਫੀ ਜਿਹੜੀ ਸੀ ਨਾ ਇਨਫੈਕਸ਼ਨ ਆਈ ਸੀ ਸਰੀ ਵਿੱਚ ਜਾਂ BC ਵਿੱਚ। ਸੋ ਕਾਫੀ ਲੋਕਾਂ ਨੇ ਸਾਡੇ ਤੇ ਸਾਡੀ ਕਮਿਊਨਿਟੀ 'ਤੇ ਬਲੇਮ ਕੀਤਾ ਸੀ। ਕੁਆਇਟਲੀ ਕਰਦੇ ਨੇ, ਕਈ ਵਾਰੀ ਬਲੇਮ, ਕਈ ਵਾਰੀ ਖੁੱਲ੍ਹ ਕੇ ਨਹੀਂ ਗੱਲ ਕਰਦੇ, ਕਿਉਂਕਿ ਕਿ ਜੇ ਤੁਸੀਂ ਦੇ ਕਿਸੇ ਨੂੰ ਬਾਰੇ ਕੋਈ ਸੋ ਆਈ ਥਿੰਕ ਵੀ ਨੀਡ ਟੂ ਬੀ ਕੇਅਰਫੁਲ ਵੀ ਆਪਾਂ ਇਸ ਸਟੇਜ ਦੇ ਵਿੱਚ ਜੋ ਵੀ ਕੰਮ ਹੋ ਰਿਹਾ ਉਹ ਠੀਕ ਹੋ ਰਿਹਾ। ਜਿਹੜੀਆਂ ਇੰਸਟਰਕਸ਼ਨਾਂ ਫੋਲੋ ਕਰੋ, ਜੋ ਵੀ ਤੁਹਾਡੇ ਵਾਸਤੇ ਹੈਲਥ ਅਥਾਰਟੀ ਕਰ ਰਹੀ ਉਹ ਫੋਲੋ ਕਰਨਾ ਪੈਣਾ। ਜਿਹੜਾ ਵੈਕਸੀਨੇਸ਼ਨ ਅਵੇਲੇਬਲ ਉਹ ਲਓ। ਜੇ ਤੁਸੀਂ ਇੰਡੀਆ ਤੋਂ ਵੈਕਸੀਨੇਸ਼ਨ ਲਵਾ ਕੇ ਆ ਰਹੇ ਹੋ, ਆਪਣੀ ਇਨਫੋਰਮੇਸ਼ਨ ਨਾਲ ਲੈ ਕੇ ਜ਼ਰੂਰ ਆਉਣਾ, ਕਿਉਂਕਿ ਇਹ ਨਾ ਹੋਏ ਵੀ ਤੁਸੀਂ ਉੱਥੇ ਵੈਕਸੀਨੇਸ਼ਨ ਲਵਾ ਲਿਆ, ਦੁਬਾਰਾ ਇੱਥੇ ਆ ਕੇ ਲਵਾਓਗੇ ਤੇ ਐਟਲੀਸਟ ਦੇ ਵਿਲ ਆਸਕ ਯੂ ਵੀ ਤੁਸੀਂ ਕੀ ਕੀਤਾ। ਪਰ ਜਿਹੜਾ ਰੈਕਡ ਕੀਪਿੰਗ ਹੈ ਨਾ ਵੈਕਸੀਨੇਸ਼ਨ ਦੀ, ਬੜੀ ਇੰਪੋਰਟੈਂਟ। ਸੋ ਇਹ ਇਸ ਨਾਲ ਦੋ ਮਿਲਦੇ ਜੁਲਦੇ ਆਪਣੇ ਕੁਐਸਚਨ ਡਾਕਟਰ ਸਾਹਿਬ। ਪਹਿਲਾਂ ਤਾਂ ਇਹ ਜਿਹੜਾ ਕਿਹਾ ਕਿ ਆਪਣੀ ਕਮਿਊਨਿਟੀ ਦੇ ਥੋੜ੍ਹੀ ਜਿਹੀ ਉਂਗਲ ਉੱਠੀ ਸੀ ਵੀ ਕੇਸ ਇੱਥੇ ਜ਼ਿਆਦਾ ਵਧੇ। ਸੋ ਇਹ ਆਲਵੇਜ਼ ਮੈਂ ਸਿਸਟੈਮਿਕ ਜਿਹੜਾ ਰੇਸਿਜ਼ਮ ਹੈ ਉਹਦੇ ਬਾਰੇ ਆਲਵੇਜ਼ ਗੱਲ ਕਰਦਾ ਹੁੰਦਾ। ਸ਼ੁਰੂ ਦੇ ਵਿੱਚ ਚਾਈਨੀਜ਼ ਜਿਹੜੇ ਮੂਲ ਦੇ ਲੋਕ ਹੈ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਐਂਡ ਵਰਲਡ ਵਾਈਡ, ਉਹਨਾਂ ਦੇ ਕਾਫੀ ਉਹਨਾਂ ਦੇ ਬੈਕਲੈਸ਼ ਸੀ ਵੀ ਇਹ ਵਾਇਰਸ ਉੱਥੋਂ ਚੱਲਿਆ। ਈਵਨ ਮਿਸਟਰ ਟਰੰਪ ਫਾਰਮਰ ਪ੍ਰੈਜ਼ੀਡੈਂਟ ਆਫ ਅਮਰੀਕਾ, ਉਹਨੇ ਕਿਹਾ ਚਾਈਨੀਜ਼ ਵਾਇਰਸ ਕਹਿਤਾ। ਸੋ ਜਦੋਂ ਲੀਡਰ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਉਂਦੇ ਆ, ਫਿਰ ਦੂਸਰੇ ਪਾਸੇ ਜਿਹੜੀ ਹੈਗੀ ਹੈ ਆਪਣੀ ਕਮਿਊਨਿਟੀ 'ਚ ਜਿਹੜੇ ਨੰਬਰ ਹਾਇਰ ਸੀਗੇ। ਸੋ ਇਸ ਗੱਲਾਂ ਨੂੰ ਕਿਸ ਤਰ੍ਹਾਂ ਤੁਸੀਂ ਐਜ਼ ਏ ਮੈਡੀਕਲ ਪ੍ਰੋਫੈਸ਼ਨਲ ਕਿਵੇਂ ਪਰਸੀਵ ਕਰਦੇ ਆ, ਪਲੱਸ ਬੀਇੰਗ ਏ ਕਮਿਊਨਿਟੀ ਐਕਟਿਵਿਸਟ? ਦੇਖੋ ਪਹਿਲੀ ਗੱਲ ਤੇ ਕਿ
ਫालतू ਗੱਲਾਂ ਕਰਨ ਵਾਲੇ ਲੋਕ ਦੁਨੀਆ ਦੇ 100 ਸਾਲ ਵੀ ਪਹਿਲਾਂ ਸਨ, 1000 ਸਾਲ ਵੀ ਸਨ ਪਹਿਲਾਂ, ਆਉਣ ਵਾਲੇ ਸਮੇਂ 'ਚ ਵੀ ਹੋਣੇ ਨੇ। ਹਰ ਕਮਿਊਨਿਟੀ ਵਿੱਚ ਬੰਦੇ ਹੁੰਦੇ ਨੇ ਕਿੰਤੂ ਪਰੰਤੂ ਕਰਨ ਵਾਲੇ, ਸਾਡੀ ਕਮਿਊਨਿਟੀ ਵਿੱਚ ਵੀ ਹੈਗੇ ਨੇ ਬੰਦੇ। ਸੋ ਇਸ ਕਰਕੇ ਸਾਨੂੰ ਇਹਨਾਂ ਗੱਲਾਂ ਵੱਲ, ਨੈਗੇਟਿਵਿਟੀ ਵੱਲ ਧਿਆਨ ਦੇਣ ਦੀ ਜ਼ਰੂਰਤ ਹੀ ਕੋਈ ਨਹੀਂ ਹੈਗੀ। ਬੈਸਟ ਤਰੀਕਾ ਹੈ ਵੀ ਸਾਡੀ ਕਮਿਊਨਿਟੀ ਨੇ ਸਟਰੋਂਗ ਕਮਿਊਨਿਟੀ, ਉਹਨਾਂ ਦੀ ਪ੍ਰੈਜ਼ੈਂਸ ਜ਼ਿਆਦਾ, ਇੱਥੇ ਲੋਕ ਸਾਡੇ ਬਹੁਤ ਨੇ, ਚੌਥੀ ਪੰਜਵੀਂ ਛੇਵੀਂ ਜਨਰੇਸ਼ਨ ਦੇ ਲੋਕ ਨੇ। ਸੋ ਸਾਡੇ ਵਾਸਤੇ ਮੈਂ ਸਮਝਦਾ ਵੀ ਇਹ ਛੋਟੀਆਂ ਮੋਟੀਆਂ ਗੱਲਾਂ ਨੇ, ਇਹਦੇ ਬਾਰੇ ਕੋਈ ਜ਼ਿਆਦਾ ਧਿਆਨ ਦੀ ਜ਼ਰੂਰਤ, ਜਿੰਨਾ ਵੀ ਆਪਾਂ ਨੈਗੇਟਿਵਿਟੀ ਬਾਰੇ ਧਿਆਨ ਦਿੰਦੇ ਹਾਂ ਉਨੀ ਵੱਧਦੀ ਹੈ, ਕਿਉਂਕਿ ਪੋਜ਼ੀਟਿਵ ਜਿਹੜੀਆਂ ਗੱਲਾਂ ਬਹੁਤ ਨੇ। ਆਪਣੇ ਹੈਲਥ ਕੇਅਰ ਪ੍ਰੋਵਾਈਡਰਸ ਬੜੇ ਨੇ, ਹਰ ਜਗ੍ਹਾ ਦੇ ਲੋਕ ਨੇ ਆਪਣੇ। ਹੁਣ ਕਿਹਨੂੰ ਕਹਿਣਗੇ ਤੁਸੀਂ ਨਹੀਂ ਠੀਕ, ਤੁਸੀਂ ਨਹੀਂ ਠੀਕ, ਆਹ ਨਹੀਂ ਠੀਕ, ਉਹ ਨਹੀਂ ਠੀਕ, ਆਹ ਨਹੀਂ, ਕਿੱਥੋਂ ਆਏ ਹੋ, ਕਿਉਂ ਆਏ ਹੋ, ਕਦੋਂ ਆਏ ਸੀ, ਇਹ ਗੱਲਾਂ ਜਿਹੜੀਆਂ ਬੰਦ ਕਰਨ ਦਾ ਟਾਈਮ ਹੈ। ਬੈਸਟ ਤਰੀਕਾ ਵੀ ਇੱਥੇ ਬੈਠੇ ਅਸੀਂ, ਇੱਥੇ ਸਾਡਾ ਇਕੁਅਲ ਪਾਰਟ ਹੈ, ਸਾਡੀ ਰਿਸਪੌਂਸਿਬਿਲਿਟੀ ਬਣਦੀ ਹੈ। ਸੋ ਕੋਵਿਡ-19 ਦੇ ਵਿੱਚ ਮੈਂ ਸਮਝਦਾ ਵੀ ਜਿਹੜੀ ਵੀ ਇੰਡਸਟਰੀ ਵਿੱਚ ਆਪਣੇ ਲੋਕ ਸੀ ਉਹਨਾਂ ਨੇ ਕੰਮ ਕੀਤਾ, ਖੁੱਲ੍ਹ ਕੇ ਕੰਮ ਕੀਤਾ, ਫੋਲੋ ਅਪ ਕੀਤਾ, ਵਲੰਟੀਅਰ ਟਾਈਮ ਦਿੱਤਾ, ਆਪਣੇ ਸਾਰੀ ਉਹਨਾਂ ਨੇ ਡੋਨੇਸ਼ਨਸ ਕੀਤੀਆਂ। ਈਵਨ ਜਿੱਥੋਂ ਅਸੀਂ ਆਏ ਹਾਂ ਉੱਥੇ ਵੀ ਡੋਨੇਸ਼ਨਸ ਭੇਜੀਆਂ, ਉਹਦੇ ਬਾਰੇ ਵੀ ਗੱਲ ਕਰਾਂਗੇ। ਲੋਕਾਂ ਨੇ ਆਪਾਂ ਇਸ ਤੋਂ ਇਲਾਵਾ ਜਦੋਂ ਆਕਸੀਜਨ ਦੀ ਉੱਥੇ ਕਮੀ ਆਈ, ਇੱਥੋਂ ਲੋਕਾਂ ਨੇ ਆਕਸੀਜਨ ਜਿਹੜੇ ਸੀ ਜਨਰੇਟਰਸ ਭੇਜੇ, ਸੋ ਮਸ਼ੀਨਸ ਵਗੈਰਾ ਭੇਜੀਆਂ। ਸੋ ਬਹੁਤ ਕੁਝ ਸਾਡੇ ਲੋਕਾਂ ਨੇ ਕੀਤਾ। ਸੋ ਵੀ ਹੈਵ ਅ ਲੌਂਗ ਲਿਸਟ ਆਫ ਚੰਗੀਆਂ ਜਿਹੜੀਆਂ ਪੋਜ਼ੀਟਿਵ ਗੱਲਾਂ, ਅਤੇ ਜੇ ਕੋਈ ਕਿੰਤੂ ਪਰੰਤੂ ਕਰਦਾ ਤਾਂ ਉਹਨੂੰ ਮੈਂ ਸਮਝਦਾ ਵੀ ਇਗਨੋਰ ਕਰੋ। ਇਹ ਬਹੁਤ ਸੋਹਣੀ ਤੁਹਾਡੀ ਗੱਲ ਹੈ, ਬਿਕਾਜ਼ ਗੱਲ ਇਹ ਕਮਿਊਨਿਟੀ 'ਚ ਇਨਵੋਲਵ ਹੋ ਕੇ ਪੋਜ਼ੀਟਿਵਲੀ ਹਿੱਸਾ ਪਾ ਕੇ ਰਿਸਪੌਂਸਿਬਿਲਿਟੀ ਲੈ ਕੇ ਜੇ ਆਪਾਂ ਵੱਧਦੇ ਹਾਂ, ਸੋ ਆਪਾਂ ਇੰਨੀ ਦੂਰ ਪਹੁੰਚੇ ਹਾਂ ਅਤੇ ਆਪਾਂ ਹੋਰ ਵੀ ਬਹੁਤ ਮੱਲਾਂ ਮਾਰਨੀਆਂ। ਸੋ ਆਈ 100% ਐਗਰੀ ਵਿਦ ਯੂ ਜਿਹੜਾ ਪੋਜ਼ੀਟਿਵ ਹੈਗਾ। ਸੋ ਮੇਰਾ ਦੂਸਰਾ ਕੁਐਸਚਨ ਡਾਕਟਰ ਸਾਹਿਬ ਨੇ ਮਿਲਣਾ, ਇਹਨਾਂ ਨੇ ਟਰੈਵਲ ਦੀ ਗੱਲ ਕੀਤੀ ਸੀਗੀ। ਸੋ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਸਾਰਿਆਂ ਨਾਲੋਂ ਵੱਡਾ ਜਿਹੜਾ ਚੈਲੰਜ ਹੈ, ਕਿਉਂਕਿ ਆਪਣੇ 72% ਲੱਗ ਗਏ ਅਮਰੀਕਾ 'ਚ, ਦੇ ਆਰ ਗੈਟਿੰਗ ਟੂ ਦੈਟ ਪੁਆਇੰਟ, ਇੰਗਲੈਂਡ ਐਂਡ ਯੂਰਪ। ਪਰ ਜਿਹੜੇ ਥਰਡ ਵਰਲਡ ਕੰਟਰੀਜ਼ ਹੈ ਐਂਡ ਵਰਲਡ ਵਾਈਡ ਜੇ ਨੰਬਰ ਦੇਖੀਏ, ਸਾਰੇ 6-7% 'ਤੇ ਵੈਕਸੀਨ ਜਿਹੜਾ ਹੈਗਾ। ਸੋ ਇਹ ਜਿਹੜੀ ਥ੍ਰੈਟ ਹੈਗੀ ਹੈ, ਕਿਉਂਕਿ ਇਟਸ ਅ ਗਲੋਬਲ ਇਕੋਨਮੀ ਨਾਓ ਐਂਡ ਟਰੈਵਲ ਇਵੈਂਚੁਅਲੀ ਹੈਵ ਟੂ ਓਪਨ, ਮਤਲਬ ਖੁੱਲੂਗਾ। ਸੋ ਇਹ ਵਾਇਰਸ ਦੀ ਜਿਹੜੀ ਥ੍ਰੈਟ ਮੈਡੀਕਲੀ ਸਪੀਕਿੰਗ, ਤੁਸੀਂ ਐਂਡ ਵੇਰੀਐਂਟਸ ਦੀ ਜਿਹੜੀ ਹੈ, ਇਹਦਾ ਕਿੰਨਾ ਕੁ ਆਪਣੇ ਮਤਲਬ ਜਿਹੜਾ ਕੰਸਰਨ ਹੈ? ਦੇਖੋ ਇਹ ਮੇਜਰ ਕੰਸਰਨ ਹੈ, ਕਿਉਂਕਿ WHO ਨੇ ਜਦੋਂ ਪਿਛਲੇ ਸਾਲ ਆਈ ਥਿੰਕ ਜਨਵਰੀ ਦੇ ਵਿੱਚ ਜਾਂ ਫੈਬਰਰੀ ਵਿੱਚ ਇਹਦੇ ਬਾਰੇ ਗੱਲ ਕੀਤੀ। ਸੋ ਮੈਂ 2020 ਦੀ ਗੱਲ ਕਰਨਾ ਪਿਆ, ਉਦੋਂ ਉਹਨਾਂ ਦੇ ਵੀ ਕਿੰਤੂ ਪਰੰਤੂ ਆਇਆ ਵੀ ਤੁਸੀਂ ਲੇਟ ਗੱਲ ਕੀਤੀ ਹੈ, ਪੂਰੀ ਗੱਲ ਨਹੀਂ ਕੀਤੀ। ਉਸ ਤੋਂ ਇਲਾਵਾ ਫਿਰ ਜਦੋਂ ਮੁਸ਼ਕਲ ਆਈ, ਸਾਰੀਆਂ ਕੰਟਰੀਆਂ ਨੇ ਆਪਣੇ ਆਪ 'ਤੇ ਫੋਕਸ ਕਰਨਾ ਸ਼ੁਰੂ ਕਰ ਦਿੱਤਾ। ਫਿਰ ਅਲਟੀਮੇਟਲੀ ਫਿਰ ਸਾਰੇ ਇਕੱਠੇ ਹੋਏ, ਇੱਕ ਉਹਨਾਂ ਨੇ ਆਰਗੇਨਾਈਜੇਸ਼ਨ ਦੇ ਅੰਡਰ ਕੰਮ ਕੀਤਾ, ਜਿਹਨੂੰ ਕਿ ਜਿਹੜੇ ਮਿਲੀਅਨਸ ਆਫ ਡਾਲਰ ਕੈਨੇਡਾ ਨੇ ਵੀ ਕੰਟਰੀਬਿਊਟ ਕੀਤੇ। ਉਹ ਜਿਹੜਾ ਵੈਕਸੀਨ ਦਾ ਜਿਹੜਾ ਸੋਰਸ ਹੈ, ਉਹ ਸਾਰੇ ਪੂਅਰ ਕੰਟਰੀ ਵਾਸਤੇ ਵੀ ਹੈਗਾ। ਉਹ ਜਿਹੜੀਆਂ ਪੂਅਰ ਕੰਟਰੀਜ਼ ਨੇ ਜਿਨ੍ਹਾਂ ਦਾ ਹੈਲਥ ਕੇਅਰ ਸਿਸਟਮ ਐਡਿਕੁਏਟ ਨਹੀਂ ਹੈਗਾ, ਉਹਨਾਂ ਕੋਲ ਇੰਨੇ ਪੈਸੇ ਨਹੀਂ ਹੈਗੇ, ਸੋ ਨਹੀਂ ਆਪਣੇ ਆਪ ਨੂੰ ਸਪਲਾਈ ਕਰ ਸਕਦੇ। ਸੋ ਜਿਹੜੀਆਂ ਮਿਲੀਅਨਸ ਆਫ ਜਿਹੜੀਆਂ ਡੋਜ਼ਸ ਅਵੇਲੇਬਲ ਨੇ, ਆਮ ਸ਼ੋਰ ਕਿ ਸਾਰਿਆਂ ਨੂੰ ਡਿਸਟਰੀਬਿਊਟ ਹੋਣਗੀਆਂ, ਕਿਉਂਕਿ ਜਿੰਨੀ ਦੇਰ ਤੱਕ ਹਰ ਇੱਕ ਇਨਸਾਨ ਜਿਹੜਾ ਵੀ ਐਲੀਜੀਬਲ ਹੈ, ਜਿਹਨੂੰ ਵੈਕਸੀਨੇਸ਼ਨ ਦੀ ਨਹੀਂ ਮਿਲਦੀ, ਉਨੀ ਦੇਰ ਤੱਕ ਇਹਦੀ ਰੋਕਥਾਮ ਨਹੀਂ ਹੋਣੀ। ਹੁਣ ਨਾਰਥ ਅਮਰੀਕਾ ਵਿੱਚ ਤਾਂ ਕੰਮ ਠੀਕ ਹੋ ਗਿਆ, ਯੂਰਪ 'ਚ ਵੀ ਕਾਫੀ ਠੀਕ ਹੈ, ਇੰਡੀਆ ਵਿੱਚ ਤੁਹਾਨੂੰ ਪਤਾ ਵੀ ਗੜਬੜ ਹੋ ਗਈ ਥੋੜ੍ਹੀ ਜਿਹੀ। ਉਸ ਤੋਂ ਇਲਾਵਾ ਜਿਹੜਾ ਆਲੇ ਦੁਆਲੇ ਵੀ ਗੜਬੜ ਹੋਈ। ਕਈ ਮੁਲਕ ਨੇ ਜਿਨ੍ਹਾਂ ਦਾ ਕਦੀ ਨਾ ਹੀ ਨਹੀਂ ਹੋਣਾ ਆਇਆ, ਕਿਉਂਕਿ ਇਹ ਗੱਲ ਹੁੰਦੀ ਹੈ ਜਦੋਂ ਮੁਸ਼ਕਲ ਹੁੰਦੀ ਹੈ ਉਸ ਤੋਂ ਸਾਰੇ ਭੱਜਦੇ ਨੇ। ਹੁਣ ਸਾਰਿਆਂ ਦਾ ਜਿਹੜਾ ਫੋਕਸ ਹੈ ਕਿ ਹੈਗਾ ਵੀ ਆਪਾਂ ਇਸ ਚੀਜ਼ ਨੂੰ ਕਿਸ ਤਰ੍ਹਾਂ ਇਹਦੀ ਪ੍ਰੀਵੈਂਸ਼ਨ ਕਰਨੀ ਹੈ, ਕਿਸ ਤਰ੍ਹਾਂ ਵੈਕਸੀਨੇਸ਼ਨ ਬਾਕੀ ਲੋਕਾਂ ਨੂੰ ਪ੍ਰੋਵਾਈਡ ਕਰਨਾ। ਬਾਕੀ ਕਾਸਟ ਦੀ ਗੱਲ ਹੈ, ਪਰ ਜਿਹੜੀਆਂ ਪੂਅਰ ਕੰਟਰੀਜ਼ ਨੇ ਉਹਨਾਂ ਵਾਸਤੇ ਤਾਂ ਕੰਮ ਕਰਨਾ ਪੈਣਾ, ਕਿਉਂਕਿ ਇਹ ਕੰਮ ਤਾਂ ਹੈ ਨਹੀਂ ਵੀ ਇਹਨੇ ਕੋਵਿਡ-19 ਨੇ ਕੋਈ ਬਾਰਡਰ ਨਹੀਂ ਦੇਖਣਾ, ਕੋਈ ਕਲਰ ਨਹੀਂ ਦੇਖਿਆ, ਕੋਈ ਰੇਸ ਨਹੀਂ ਦੇਖੀ, ਕੋਈ ਮੁਲਕ ਨਹੀਂ ਦੇਖਿਆ, ਅਮੀਰ ਗਰੀਬ ਦਾ ਚੱਕਰ ਤਾਂ ਹੈ ਨਹੀਂ ਇੱਥੇ। ਪਰ ਹੈਗਾ ਵੀ ਤੁਸੀਂ ਉਹਨੂੰ ਸਿਸਟਮ ਜਿਹੜਾ ਨਾ ਉਹ ਚਾਹੀਦਾ ਕੇਪੇਬਲ ਹੋਣਾ ਕਿ ਉਹਨੂੰ ਤੁਹਾਨੂੰ ਹੈਲਪ ਕਰਨੀ ਪੈਣੀ ਹੈ। ਸੋ ਗਵਰਨਮੈਂਟ ਆਫ ਕੈਨੇਡਾ ਤਾਂ ਹਮੇਸ਼ਾ ਕੰਟਰੀਬਿਊਟ ਕਰਦੀ ਹੈ, ਪ੍ਰੋਵਿੰਸ ਨੇ ਵੀ ਕੀਤਾ ਕੰਟਰੀਬਿਊਟ। ਸੋ ਰੈੱਡ ਕਰਾਸ ਵਾਲਿਆਂ ਵੀ ਪੈਸੇ ਦਿੰਦੇ ਨੇ, ਪਰ ਇੱਕ ਕੋਈ ਮੁਲਕ 20 ਮੁਲਕਾਂ ਦੀ ਮਦਦ ਨਹੀਂ ਕਰ ਸਕਦਾ। ਜੇ ਘਰ ਦੇ ਵਿੱਚ ਕੋਈ ਇੱਕ ਆਦਮੀ ਕੋਲ 4 ਪੈਸੇ ਨੇ, ਉਹ ਸਾਰੇ ਕਿੰਨਿਆਂ ਕੁ ਦੀ ਹੈਲਪ ਕਰ ਸਕਦਾ। ਸੋ ਇਸੇ ਤਰੀਕੇ ਨਾਲ ਕੈਨੇਡਾ ਆਪਣੀ ਪੂਰੀ ਕੰਟਰੀਬਿਊਸ਼ਨ ਕਰਦਾ ਪਿਆ। ਪਰ ਇੱਕ ਸਟੇਜ ਦੇ ਵਿੱਚ ਜਦੋਂ ਕਿ ਸਾਨੂੰ ਵੀ ਵੈਕਸੀਨੇਸ਼ਨ ਦੀ ਸ਼ਾਰਟੇਜ ਸੀ, ਇਹਨਾਂ ਵੀ ਕਿਹਾ ਵੀ ਸਾਨੂੰ ਵੀ ਉਹਦੇ ਵਿੱਚ ਹਿੱਸਾ ਦਿਓ। ਫਿਰ ਕਈਆਂ ਨੇ ਉਹਨੂੰ ਕ੍ਰਿਟੀਸਾਈਜ਼ ਕੀਤਾ ਵੀ ਜਦੋਂ ਤੁਸੀਂ ਇੱਕ ਚੀਜ਼ ਦੇ ਵਿੱਚ ਐਜ਼ ਏ ਮੇਜਰ ਪਲੇਅਰ ਹੋ ਅਤੇ ਮੇਜਰ ਪਲੇਅਰ ਵਾਂਗੂ ਕੰਮ ਕਰਨਾ ਪੈਣਾ। ਜੇ ਕਦੀ ਮੁਸ਼ਕਿਲ ਆਉਂਦੀ ਹੈ ਤੁਹਾਨੂੰ ਕਹਿਣਾ ਵੀ ਪੈਣਾ ਵੀ ਸਾਡਾ ਵੀ ਹਿੱਸਾ ਦਿਓ। ਸੋ ਮੈਂ ਸਮਝਦਾ ਵੀ ਵੈਕਸੀਨੇਸ਼ਨ ਦਾ ਜਿਹੜਾ ਕੰਮ ਹੈ ਨਾ, ਇਹ ਦੌੜ ਬੜੀ ਹੈ ਜੇ ਲੰਬੀ ਹੈ। ਕਈ ਜਿਹੜੀਆਂ ਕੋਈ ਸਵਾਲ ਕਰਨਗੇ ਤਾਂ ਮੈਂ ਉਹਨਾਂ ਨੂੰ ਐਕਸਪਲੇਨ ਕਰਾਂਗਾ ਵੀ
ਕਿਹੜੇ ਵੈਕਸੀਨੇਸ਼ਨ ਸੀ, ਕਿੰਨੇ ਕਿੰਨੇ ਤਰ੍ਹਾਂ ਦੇ ਨੇ। ਕਮ ਸੇ ਕਮ 150 ਤਰ੍ਹਾਂ ਦੇ ਵੈਕਸੀਨੇਸ਼ਨ ਇਹ ਤਿਆਰ ਹੋ ਰਹੇ ਨੇ। ਸੋ ਸਾਡੀ ਗੱਲ ਚੱਲ ਰਹੀ ਹੈ ਡਾਕਟਰ ਗੁਲਜ਼ਾਰ ਚੀਮਾ ਨਾਲ। ਜਿਵੇਂ ਡਾਕਟਰ ਸਾਹਿਬ ਨੇ ਕਿਹਾ, ਮੈਂ ਪਹਿਲਾਂ ਵੀ ਕਿਹਾ ਸੀਗਾ, ਤੁਹਾਨੂੰ ਹੈਲਥ ਰਿਲੇਟਡ, ਕੋਵਿਡ ਰਿਲੇਟਡ ਕੋਈ ਵੀ ਕੁਐਸਚਨ ਹੈ, ਤੁਸੀਂ ਸਾਨੂੰ ਕਾਲ ਕਰਕੇ, ਸਾਡੀ ਫੋਨ ਲਾਈਨਸ ਓਪਨ ਹੈ, ਇਹਨਾਂ ਨੂੰ ਤੁਸੀਂ ਡਾਇਰੈਕਟਲੀ ਇਹ ਕੁਐਸਚਨ ਪੁੱਛ ਸਕਦੇ ਹੋ। ਤੁਹਾਡੇ 'ਤੇ ਕਿਵੇਂ ਇਫੈਕਟ ਹੋਇਆ, ਕੀ ਕੀ ਤੁਹਾਨੂੰ ਪ੍ਰੀਕਾਸ਼ਨ ਤੇ ਖਿਆਲ ਰੱਖਣੇ ਪੈਣੇ। ਸੋ ਡਾਕਟਰ ਸਾਹਿਬ, ਆਪਾਂ ਪਰਤ ਕੇ ਆਈਏ ਵੈਕਸੀਨ 'ਤੇ। ਸੋ ਆਪਣੇ ਜਿਹੜੇ ਨਾਰਥ ਅਮਰੀਕਾ ਬੇਸਿਕਲੀ ਇਜ਼ ਫਾਈਜ਼ਰ, ਮੋਡਰਨਾ, ਐਸਟਰਾਜੈਨਕਾ ਐਂਡ ਨਾਓ ਜੌਨਸਨ ਐਂਡ ਜੌਨਸਨ। ਸੋ ਇਹਨਾਂ ਦਾ ਜਿਹੜਾ ਹੈਗਾ ਆ ਐਸਟਰਾਜੈਨਕਾ ਦੀ ਕੰਟਰੋਵਰਸੀ ਕਰਕੇ, ਸੋ ਇੱਕ ਤਾਂ ਇਹਦੇ ਬਾਰੇ ਤੁਸੀਂ ਆਪ ਦਾ ਮਤਲਬ ਚਾਨਣਾ ਪਾਉਣਾ ਹੈ। ਇਸ ਦੇ ਨਾਲ ਨਾਲ ਜਿਹੜਾ ਕਹਿ ਰਹੇ ਕਿ ਹੁਣ ਨਵੀਂ ਹੈਲਥ ਕੈਨੇਡਾ ਨੇ ਅਪਰੂਵ ਕਰਤਾ ਕਿ ਇਹ ਮਿਕਸ ਐਂਡ ਮੈਚ ਕਰ ਸਕਦੇ, ਜੇ ਕਿਸੇ ਦੇ ਐਸਟਰਾਜੈਨਕਾ ਲੱਗਿਆ ਤੇ ਦੂਜਾ ਫਾਈਜ਼ਰ ਜਾਂ ਮੋਡਰਨਾ ਲਵਾ ਸਕਦੇ। ਪਹਿਲੀ ਗੱਲ ਤਾਂ ਹੈ ਜਿਹੜਾ ਐਸਟਰਾਜ਼ੈਨਕਾ ਦਾ ਜਿਹੜਾ ਇੰਜੈਕਸ਼ਨ ਸੀ ਨਾ, ਉਹਦੀ ਕੰਟਰੋਵਰਸੀ ਹੋਈ, ਉਹਦੇ ਥੋੜ੍ਹੇ ਜਿਹੇ ਸਾਈਡ ਇਫੈਕਟ ਵੀ ਹੋਏ, ਨੰਬਰ ਬੜੇ ਘੱਟ ਸਨ, ਉਹਦੀ ਖਪਤ ਜ਼ਿਆਦਾ ਪੈ ਗਈ ਅਤੇ ਲੋਕਾਂ ਨੂੰ ਫਿਕਰ ਪੈ ਗਿਆ। ਪਰ ਦੇਖੋ ਵੀ ਨੰਬਰ ਕਿੰਨੇ ਸਮਾਲ ਸੀ, ਪਰ ਉਹਨਾਂ ਦੀ ਜਿਹੜੀ ਅਵੇਲੇਬਿਲਿਟੀ ਹੈ ਸੀ। ਸੋ ਜਿਨ੍ਹਾਂ ਲੋਕਾਂ ਨੇ ਐਸਟਰਾਜ਼ੈਨਕਾ ਦਾ ਇੰਜੈਕਸ਼ਨ ਲਵਾਇਆ ਸੀ, ਉਹਨਾਂ ਵਾਸਤੇ ਜਿਹੜਾ ਫਾਈਜ਼ਰ ਦਾ ਜਾਂ ਮੋਡਰਨਾ ਦੀ ਚੋਇਸ ਹੈਗੀ ਹੈ, ਕਿਉਂਕਿ ਦੋਨਾਂ ਦਾ ਮੈਕੈਨਿਜ਼ਮ ਕੰਮ ਕਰਨ ਦਾ ਤਰੀਕਾ ਵੱਖਰਾ। ਜਿਹੜਾ ਐਸਟਰਾਜ਼ੈਨਕਾ ਉਹ ਤਰੀਕਾ ਹੈਗਾ ਵੀ ਵਾਇਰਸ ਨੂੰ ਕਮਜ਼ੋਰ ਕਰਕੇ ਤੁਹਾਡੀ ਬਾਡੀ ਵਿੱਚ ਉਹਨਾਂ ਨੇ ਐਂਟਰ ਕਰਨਾ ਥਰੂ ਇੰਜੈਕਸ਼ਨ, ਫਿਰ ਉਹਨਾਂ ਨੇ ਐਂਟੀਬਾਡੀਜ਼ ਬਣਾਉਣੀਆਂ ਸ਼ੁਰੂ ਕਰ ਦੇਣੀਆਂ। ਜਿਹੜੇ ਆ ਦੂਸਰੇ ਨੇ ਦੋ, ਇਹਨਾਂ ਨੇ ਆਲਰੇਡੀ ਮੋਡੀਫਾਈ ਕੀਤਾ ਵਾਇਰਸ ਨੂੰ, ਅਤੇ ਜਿਹੜਾ ਉਹ mRNA ਜਿਹੜੀ ਵਾਇਰਸ ਉਹਦੀ ਜਿਹੜੀ ਹੈ ਉਹਦੀ ਮੋਡੀਫਿਕੇਸ਼ਨ ਜਿਹੜੀ ਹੈ ਨਾ, ਉਹਦਾ ਤਰੀਕਾ ਵੱਖਰਾ ਕੰਮ ਕਰਨ ਦਾ। ਸੋ ਇਹ ਸਮਝ ਲਓ ਵੀ ਤੁਸੀਂ ਪਹਿਲਾਂ ਇੱਕ ਤੁਹਾਨੂੰ ਮੈਂ ਐਗਜ਼ਾਮਪਲ ਦੇਣਾ, ਕਾਰ ਦੀ ਤੁਸੀਂ ਬੈਟਰੀ ਡਾਊਨ ਹੋ ਗਈ, ਇੱਕ ਪਹਿਲਾਂ ਛੋਟੇ ਨਾਲ ਬੂਸਟ ਕਰ ਲਈ, ਹੋ ਸਕਦਾ ਦੂਸਰੀ ਵਾਲੀ ਸੈਕਿੰਡ ਤੁਹਾਨੂੰ ਮੇਜਰ ਕੇਬਲ ਲਾਉਣ ਦੀ ਜ਼ਰੂਰਤ ਹੈਗੀ ਹੈ। ਨੁਕਸਾਨ ਕੋਈ ਨਹੀਂ ਇਹਦਾ। ਤੁਸੀਂ ਪਹਿਲੀ ਆਪਣੀ ਜਿਹੜੀਆਂ ਨਾ ਇੱਕ ਨਾਲ ਤੁਸੀਂ ਵੈਕਸੀਨੇਸ਼ਨ ਲਿਆ, ਤੁਹਾਡੀ ਥੋੜ੍ਹੀ ਇਮਿਊਨਿਟੀ ਵੱਧ ਗਈ। ਜੇ ਤੁਹਾਨੂੰ ਸੈਕਿੰਡ ਵੈਕਸੀਨੇਸ਼ਨ ਦੂਸਰਾ ਮਿਲਦਾ, ਉਹਦੇ ਤੁਹਾਡੀ ਹੋਰ ਬਣੇਗੀ ਇਮਿਊਨਿਟੀ, ਤੁਹਾਡੀ ਉਹਦੀ ਐਂਟੀਬਾਡੀਜ਼ ਹੋਰ ਵਧਣਗੀਆਂ। ਸੋ ਕੋਈ ਨੁਕਸਾਨ ਨਹੀਂ ਇਹਦਾ। ਸੋ ਸਾਰੇ ਜੇ ਵੀ ਕਿਸੇ ਦੇ ਮਨ ਦੇ ਵਿੱਚ ਸ਼ੱਕ ਹੈਗਾ ਵੀ ਜੇ ਮੈਂ ਕੰਬੀਨੇਸ਼ਨ ਕਰਾਂਗਾ ਨੁਕਸਾਨ ਹੋਣਾ, ਇਹੋ ਜਿਹੀ ਗੱਲ ਕੋਈ ਨਹੀਂ। ਦੁਨੀਆ ਦੇ ਵਿੱਚ ਕਾਫੀ ਜਗ੍ਹਾ 'ਤੇ ਇਹ ਕੰਮ ਚੱਲਦਾ ਪਿਆ। ਸੈਕਿੰਡ ਜਿਹੜਾ ਸਵਾਲ ਹੁੰਦਾ ਬਾਰ-ਬਾਰ ਵੀ ਟਾਈਮ ਦਾ, ਵੀ ਪਹਿਲਾਂ ਕਿਹਾ ਸੀ ਵੀ ਆਪਾਂ ਵੈਕਸੀਨੇਸ਼ਨ ਆ ਗਿਆ 8 ਹਫ਼ਤਿਆਂ ਦਾ, ਫਿਰ 4 ਮਹੀਨਿਆਂ ਦਾ, ਹੁਣ ਆਪਾਂ ਫਿਰ 8 ਹਫ਼ਤਿਆਂ ਦੇ ਆ ਗਏ ਹਾਂ। ਇਹ ਸਾਰਾ ਇਹ ਕਹਾਣੀ ਤਾਂ ਬਦਲਦੀ ਪਈ ਹੈ ਕਿਉਂ ਜਿਉਂ-ਜਿਉਂ ਇਹਦੇ ਬਾਰੇ ਖੋਜ ਆਉਂਦੀ ਹੈ, ਰਿਸਰਚ ਆਉਂਦੀ ਹੈ, ਡਾਟਾ ਇਨਫੋਰਮੇਸ਼ਨ ਆਉਂਦੀ ਹੈ, ਉਹ ਆਪਾਂ ਯੂਜ਼ ਕਰਨੇ ਆ। ਪਲੱਸ ਜਿਹੜੀ ਅਵੇਲੇਬਿਲਿਟੀ ਹੈਗੀ ਹੈ ਵੈਕਸੀਨ ਦੀ, ਪਹਿਲਾਂ ਘੱਟ ਸੀ, ਫਿਰ ਬਾਅਦ ਜ਼ਿਆਦਾ ਆ ਗਈ। ਹੁਣ ਨੰਬਰਸ ਆਫ ਜਿਹੜੀਆਂ ਮਿਲੀਅਨਸ ਆਫ ਡੋਜ਼ਸ ਅਵੇਲੇਬਲ ਨੇ। ਸੋ ਜਿਹੜਾ ਵੀ ਤੁਹਾਨੂੰ ਵੈਕਸੀਨੇਸ਼ਨ ਮਿਲਦਾ ਉਹ ਲਵਾਓ। ਹੋ ਸਕਦਾ ਥਰਡ ਡੋਜ਼ ਵੀ ਲਵਾਉਣੀ ਪਏ, ਹੋ ਸਕਦਾ ਹਰ ਸਾਲ ਹੀ ਲਵਾਉਣਾ ਪਏ ਵੈਕਸੀਨੇਸ਼ਨ। ਸੋ ਜਿਹੜੀਆਂ ਨਾ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸਣਾ ਵੀ ਇਹਦੇ ਮੇਨ ਸਵਾਲ ਆਉਂਦਾ ਵੀ ਸਾਈਡ ਇਫੈਕਟਸ ਕਿਹੜੇ ਨੇ। ਪਹਿਲੀ ਗੱਲ ਤਾਂ ਹੈ ਵੀ ਜਿਹੜੇ ਕਾਮਨ ਜਿਹੜੇ ਸਾਈਡ ਇਫੈਕਟ ਨੇ, ਹੁੰਦਾ ਵੀ ਸੋਰਨੈਸ ਥੋੜ੍ਹੀ ਜਿਹੀ ਹੋ ਗਈ, ਜਿੱਥੇ ਇੰਜੈਕਸ਼ਨ ਲੱਗਾ ਹੋ ਸਕਦਾ ਇੱਕ ਦਿਨ ਲਈ ਥੋੜ੍ਹਾ ਬਹੁਤਾ ਬੁਖਾਰ ਵੀ ਹੋ ਜਾਏ। ਕਈਆਂ ਨੂੰ ਜਿਹੜਾ ਨਾ ਜ਼ਿਆਦਾ ਹੋ ਜਾਂਦਾ, ਮੇ ਵੀ 2-3 ਦਿਨ ਲਈ। ਕਈਆਂ ਨੂੰ ਪਹਿਲੀ ਫਸਟ ਡੋਜ਼ ਦੇ ਵਿੱਚ ਹੋਇਆ, ਕਈਆਂ ਸੈਕਿੰਡ ਵਿੱਚ ਹੋਇਆ। ਮੈਨੂੰ ਫਸਟ ਡੋਜ਼ ਦੇ ਵਿੱਚ ਕੋਈ ਇਸ਼ੂ ਨਹੀਂ ਸੀ। ਸੈਕਿੰਡ ਡੋਜ਼ ਮੈਂ ਪਰਸੋਂ ਲਵਾ ਕੇ ਆਇਆ ਅਤੇ 2 ਦਿਨ ਥੋੜ੍ਹਾ ਜਿਹਾ ਟੈਂਪਰੇਚਰ, ਥੋੜ੍ਹੀ ਜਿਹੀ ਫਟੀਕ ਜਿਹੀ ਹੁੰਦੀ ਹੈ, ਨਾਊਜ਼ੀਆ ਬਹੁਤ ਜ਼ਿਆਦਾ ਨਹੀਂ। ਪਰ ਆਪਾਂ ਇਹ ਦੇਖਣਾ ਵੀ ਇਹ ਥੋੜ੍ਹੇ ਬਹੁਤੇ ਜਿਹੜੇ ਸਾਈਡ ਇਫੈਕਟ ਨੇ ਉਹਨਾਂ ਦਾ ਕੋਈ ਫਿਕਰ ਕਰਨ ਦੀ ਜ਼ਰੂਰਤ ਕੋਈ ਨਹੀਂ, ਕਿਉਂਕਿ ਇਹ ਬਹੁਤ ਜ਼ਰੂਰਤ ਹੈ ਸਾਡੇ ਵਾਸਤੇ ਕਿ ਆਪਣੀ ਬਾਡੀ ਦੀ ਇਮਿਊਨਿਟੀ ਬਣੇ, ਆਪਣੇ ਵਿੱਚ ਐਂਟੀਬਾਡੀਜ਼ ਇੰਨੀਆਂ ਕ੍ਰੀਏਟ ਹੋ ਜਾਣ ਕਿ ਆਪਾਂ ਅਗਲੀ ਜਿਹੜਾ ਫੇਸ ਤੋਂ ਬਚੀਏ। ਪਲੱਸ ਇਹ ਗੱਲ ਹੈ ਕਿ ਜੇ ਹੁਣ ਤੁਸੀਂ ਓਵਰਆਲ ਜੇ ਆਪਾਂ ਵੈਕਸੀਨੇਸ਼ਨ ਨਹੀਂ ਸਾਡੀ ਇੱਕ 70% 'ਤੇ ਹੁਣ ਪਹੁੰਚ ਗਈ, ਜਦੋਂ 80 'ਤੇ ਪਹੁੰਚ ਗਈ ਤਾਂ ਸਾਰਾ ਸਿਸਟਮ ਬਹੁਤ ਬਦਲ ਜਾਣਾ। ਕਿਉਂਕਿ ਐਜ਼ ਏ ਪ੍ਰੋਵਿੰਸ 80% ਦੈਟ ਮੀਨਸ ਵੀ ਜਿਹਨੂੰ ਵੀ ਜ਼ਰੂਰਤ ਹੈ ਉਹਨੇ ਇੰਜੈਕਸ਼ਨ ਉਹਨੂੰ ਮਿਲ ਗਿਆ। ਜਿਹੜੀ ਸੈਕਿੰਡ ਡੋਜ਼ ਹੈ ਉਹ ਵੀ ਹੌਲੀ ਹੌਲੀ ਜਦੋਂ ਬਾਕੀਆਂ ਨੂੰ ਮਿਲ ਗਈ, ਉਹਦਾ ਪੀਰੀਅਡ ਵੀ ਸ਼ਾਰਟ ਹੋ ਗਿਆ। ਸੋ ਪ੍ਰੋਵਿੰਸ ਸਾਰਾ ਇਸ ਚੀਜ਼ ਨੂੰ ਫਾਲੋ ਅਪ ਕਰਦੇ ਪਏ ਨੇ। ਸਿਸਟਮ ਬੜਾ ਸੋਹਣਾ ਡਿਵੈਲਪ ਹੈ। ਇਹ ਬੜਾ ਤੁਹਾਡੇ ਵਾਸਤੇ ਤੁਸੀਂ ਔਨਲਾਈਨ ਕਰਨਾ ਜਾਂ ਤੁਸੀਂ ਫੋਨ ਕਰਨਾ, ਤੁਹਾਨੂੰ ਟਾਈਮ ਮਿਲਦਾ, ਟਾਈਮ ਜਾ ਕੇ ਤੁਸੀਂ ਇੰਜੈਕਸ਼ਨ ਲਵਾਉਣਾ। 15-20 ਮਿੰਟਾਂ ਦਾ ਕੰਮ ਹੈ। ਪਹੁੰਚਣ ਲਈ ਟਾਈਮ ਵੱਖਰਾ, ਉੱਥੇ ਜਾ ਕੇ 15 ਮਿੰਟ ਵੇਟ ਕਰਨਾ ਪੈਣਾ। ਤੁਹਾਨੂੰ ਕਾਰਡ ਮਿਲਦਾ, ਕਾਰਡ ਤੁਸੀਂ ਘਰ ਲੈ ਆਉਣਾ, ਕਾਰਡ ਨੂੰ ਕੋਲ ਰੱਖੋ। ਉਹ ਜਿਹੜਾ ਵੈਕਸੀਨੇਸ਼ਨ, ਕਿਉਂਕਿ ਅਲਟੀਮੇਟਲੀ ਕੋਈ ਨਾ ਕੋਈ ਸਿਸਟਮ ਗਵਰਨਮੈਂਟ ਨੂੰ ਡਿਵੈਲਪ ਤੇ ਕਰਨਾ ਪੈਣਾ ਵੀ ਤੁਹਾਡਾ ਜਿਹੜਾ ਕਨਫਰਮੇਸ਼ਨ, ਜੇ ਤੁਸੀਂ ਟਰੈਵਲ ਕਰਨ ਵਾਸਤੇ ਜਾਂ ਸਮ ਕਾਈਂਡ ਆਫ ਜਾਂ ਕੋਈ ਪਾਸਪੋਰਟ ਜਾਂ ਕੋਈ ਨਾ ਕੋਈ ਤੇ ਇੱਕ ਪੇਪਰ ਵਰਕ ਤਿਆਰ ਕਰਨਾ ਪੈਣਾ। ਤੇ ਮੈਂ ਐਂਡ ਦੈਟਸ ਨਾਟ ਅ ਬੈਡ ਆਈਡੀਆ, ਕਿਉਂਕਿ ਕਈ ਲੋਕੀ ਅਗੇਂਸਟ ਸੀਗੇ। ਸੋ ਦੈਟ ਯੂ ਨੋ ਦ ਵੈਕਸੀਨ
ਮਤਲਬ it's always doctor in your office you have a record of your patients that ਉਹਨਾਂ ਦਾ ਰੈਕਡ ਹੈਗਾ, ਨਹੀਂ ਤਾਂ ਤੁਹਾਨੂੰ ਕਿਵੇਂ ਪਤਾ ਵੀ ਕਿਹੜਾ ਟੀਕਾ ਲਾਇਆ? ਸੋ ਕਿਉਂਕਿ ਇੱਕ ਟਾਈਮ ਸੀ ਜੇ ਕਿ 25-30 ਸਾਲ ਪਹਿਲਾਂ ਜਦੋਂ ਤੁਸੀਂ ਇੱਕ ਕੰਟਰੀ ਤੋਂ ਦੂਜੀ ਕੰਟਰੀ ਟਰੈਵਲ ਕਰਨਾ, ਤੁਹਾਡੇ ਕੋਲ ਵੇਖਦੇ ਸੀ ਵੀ ਤੁਸੀਂ ਵੈਕਸੀਨੇਸ਼ਨ ਲਵਾਇਆ ਕਿ ਨਹੀਂ ਲਵਾਇਆ, ਚਿਕਨ ਪੌਕਸ ਲਵਾਇਆ ਕਿ ਨਹੀਂ ਆ, ਤੁਹਾਡੇ ਕੋਲ ਬਾਕੀ ਵੈਕਸੀਨੇਸ਼ਨ ਦੀ ਲਿਸਟ ਹੈ ਕਿ ਨਹੀਂ। ਕਈ ਪਲੇਸਿਸ ਨੇ ਧਾਰਮਿਕ ਜਿੱਥੇ ਜਾਣ ਵਾਸਤੇ ਤੁਹਾਨੂੰ ਵੈਕਸੀਨੇਸ਼ਨ ਤੋਂ ਬਿਨਾਂ ਜਾ ਹੀ ਨਹੀਂ ਸਕਦੇ। ਸੋ ਆਲਰੇਡੀ ਇਹ ਰਿਕੁਆਇਰਮੈਂਟਸ ਹੈ ਨਹੀਂ ਹੈ। ਜਦੋਂ ਇਹ ਯੂਨੀਵਰਸਲ ਰਿਕੁਆਇਰਮੈਂਟਸ ਬਣ ਗਈਆਂ, ਕਿਉਂਕਿ ਇਹ ਗਲੋਬਲ ਇਸ਼ੂ ਹੈ, ਕੋਈ ਨਾ ਕੋਈ ਗਲੋਬਲ ਪਾਸਪੋਰਟ ਵੈਕਸੀਨੇਸ਼ਨ ਵਾਸਤੇ ਤਿਆਰ ਕਰਨਾ ਪੈਣਾ, ਚੋਇਸ ਹੀ ਕੋਈ ਨਹੀਂ ਹੈਗੀ। ਕਈ ਵਾਰੀ ਡਰਦੇ ਨੇ ਲੋਕ ਕਹਿਣ ਤੋਂ ਵੀ ਜਿਹੜੇ ਇਲੈਕਟਡ ਲੋਕ ਨੇ ਵੀ ਇਹ ਪ੍ਰਾਈਵੇਸੀ ਦਾ ਚੱਕਰ ਹੈ। ਆਲਰੇਡੀ ਪ੍ਰਾਈਵੇਸੀ ਦੀ ਕਿਹੜੀ ਗੱਲ ਹੈ, ਪਾਸਪੋਰਟ ਨਹੀਂ ਹੈਗਾ ਤੁਹਾਡੇ ਕੋਲ, ਪਾਸਪੋਰਟ ਵਿੱਚ ਇਨਫੋਰਮੇਸ਼ਨ ਨਹੀਂ ਹੈਗੀ, ਹੈਲਥ ਇਸ਼ੂ ਕਿਉਂਕਿ ਜਿਹੜਾ ਉਹਦੇ ਵਿੱਚ ਵੀ ਤਾਂ ਤੁਸੀਂ ਫਿਰ ਕੋਈ ਇਕੱਲੇ ਤਾਂ ਰਹਿ ਨਹੀਂ ਰਹੇ, ਇੱਕ ਜਗ੍ਹਾ ਤੇ ਤੁਸੀਂ ਕਮਿਊਨਿਟੀ ਵਿੱਚ ਕੰਟਰੀ ਵਿੱਚ ਵਸਦੇ ਹੋ, ਤੇ ਜਿਹੜੀ ਵੀ ਚੀਜ਼ ਹੈ ਉਹ ਤੁਹਾਡੀ ਨਾ ਵੈਕਸੀਨੇਸ਼ਨ ਹੋਣ ਕਰਕੇ, ਉਹਦੀ ਮੈਂ ਗੱਲ ਕਰਨਾ ਚਾਹੁੰਦਾ। ਕਈ ਲੋਕਾਂ ਨੇ ਵੈਕਸੀਨੇਸ਼ਨ ਨਹੀਂ ਲਵਾਇਆ, ਕਈ ਉਸ ਚੀਜ਼ ਨੂੰ ਕਹਿ ਰਹੇ ਵੀ ਇਹ ਪਤਾ ਨਹੀਂ ਇੱਕ ਕਿਸਮ ਦੀ ਕੋਈ ਥਿਊਰੀ ਹੈ ਵੀ ਇਹ ਮੈਨ ਮੇਡ ਹੈ ਜਾਂ ਕੋਈ ਬੜਾ ਵੱਡਾ ਡਰਾਮਾ ਹੋਇਆ ਜਾਂ ਇਹਦੇ ਵਿੱਚ ਕੋਈ ਗੱਲ, ਉਹ ਗੱਲਾਂ ਸਾਰੀਆਂ ਫਾਲਤੂ ਨੇ। ਤੁਸੀਂ ਦੇਖ ਲਓ ਕਿ ਜਦੋਂ ਪਿਛਲੇ ਸਾਲ ਇਹਦੀ ਇਨਫੈਕਸ਼ਨ ਸ਼ੁਰੂ ਹੋਈ ਸੀ ਤੇ ਕਿੰਨੇ ਲੋਕਾਂ ਦੀ ਮੌਤ ਹੋਈ, ਜਿਹੜੇ ਸੀਨੀਅਰ ਜਿਹੜੇ ਸੀ ਆਪਣੇ ਐਲਡਰਲੀ ਪਾਪੂਲੇਸ਼ਨ, ਜਿਹਨਾਂ ਲੌਂਗ ਟਰਮ ਕੇਅਰਸ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਮੌਤਾਂ ਹੀ ਪਹਿਲਾਂ ਉੱਥੇ ਹੋਈਆਂ, ਕਿਉਂਕਿ ਉਹਨਾਂ ਦਾ ਇਮਿਊਨਿਟੀ ਲੈਵਲ ਘੱਟ ਸੀ, ਜ਼ਿਆਦਾ ਤਕਲੀਫਾਂ ਸਨ, ਉੱਥੇ ਲੋਕ ਉਹਨਾਂ ਦੀ ਡੈਥ ਹੋਈ। ਫਿਰ ਜਦੋਂ ਸਾਰਾ ਕੰਮ ਠੀਕ ਹੋ ਗਿਆ, ਫਿਰ ਜਿਹੜੇ ਸੀ ਯੰਗਰ ਪਾਪੂਲੇਸ਼ਨ ਉਹਨਾਂ ਨੂੰ ਹੋ ਗਿਆ। ਸੋ ਇਹ ਸਾਰਾ ਕੁਝ ਤੇ ਵੇਖ ਚੁੱਕੇ ਹਾਂ ਤੁਹਾਡੇ ਸਾਹਮਣੇ ਵੀ ਇਹ ਪ੍ਰੋਬਲਮ ਹੈਗੀ ਹੈ, ਤੇ ਇਹ ਪ੍ਰੋਬਲਮ ਜਿਹੜੀ ਉਹਨੂੰ ਡੀਲ ਕਰਨ ਵਾਸਤੇ ਇਹ ਤਰੀਕਾ ਕੀ ਹੈ, ਆਪਾਂ ਨੂੰ ਵੈਕਸੀਨੇਸ਼ਨ 'ਤੇ ਜ਼ੋਰ ਲਾਉਣਾ ਪੈਣਾ, ਆਪਾਂ ਨੂੰ ਜਿਹੜੀ ਆਈਸੋਲੇਸ਼ਨ ਅਜੇ ਵੀ ਜੋ ਵੀ ਰੂਲਸ ਨੇ ਫਾਲੋ ਕਰਨੇ ਪੈਣੇ ਨੇ, ਆਪਾਂ ਨੂੰ ਫਿਜ਼ੀਕਲ ਡਿਸਟੈਂਸ ਮੇਨਟੇਨ ਕਰਨਾ ਪੈਣਾ, ਆਪਾਂ ਨੂੰ ਫੇਸ ਮਾਸਕ ਅਜੇ ਤੱਕ ਲਾਗੂ ਨੇ ਵੀ ਆਪਾਂ ਉਹਨੂੰ ਆਪਣੇ ਯੂਜ਼ ਕਰਨਾ, ਪ੍ਰੋਪਰ ਮਾਸਕ ਕਰਨੇ ਨੇ ਯੂਜ਼, 3 ਲੇਅਰ ਦਾ ਮਾਸਕ ਕਰਨਾ ਯੂਜ਼। ਬਾਕੀ ਜਿਹੜੇ ਇੱਕ ਗੱਲ ਜ਼ਰੂਰ ਹੈਗੀ ਸ਼ੁਰੂ ਦੇ ਵਿੱਚ ਸੀ ਵੀ ਇਹਦੀ ਟਰਾਂਸਮਿਸ਼ਨ, ਉਹਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ। ਹਾਂਜੀ ਡੈਫੀਨੇਟਲੀ ਆਪਣੇ ਡਾਕਟਰ ਸਾਹਿਬ ਇਹ ਗੱਲਾਂ ਇਹ ਮੇਰਾ ਨੈਕਸਟ ਕੁਐਸਚਨ ਸੀਗਾ, ਪਰ ਤੁਸੀਂ ਆਲਰੇਡੀ ਐਡਰੈਸ ਕਰਤਾ ਕਿ ਜਿਹੜੇ ਆਪਾਂ ਨੂੰ ਪ੍ਰੀਕਾਸ਼ਨਸ ਇਹਨਾਂ ਨੇ ਦੱਸੇ ਸੀਗੇ, ਡਿਸਟੈਂਸਿੰਗ ਐਂਡ ਫੇਸ ਮਾਸਕ ਐਂਡ not large crowds and stuff, so they are still pretty valid. ਹਾਂਜੀ, ਉਹ ਬਿਲਕੁਲ ਵੈਲਿਡ ਨੇ। ਪਲੱਸ ਜਿਹੜੀ ਥਿਊਰੀ ਸੀ ਨਾ ਕਿ ਬਾਈ ਡ੍ਰੌਪਲੈਟ ਨਾ ਹੁੰਦਾ, ਸਪੋਜ਼ ਵੀ ਜੇ ਮੈਂ ਹੁਣ ਦੱਸਣਾ ਚਾਹੁੰਦਾ, ਜੇ ਮੈਨੂੰ ਖੰਘ ਆਈ ਜਾਂ ਮੈਨੂੰ ਇਹ ਪ੍ਰੋਬਲਮ ਹੈਗੀ ਸੀ, ਜਦੋਂ ਮੈਂ ਜ਼ੋਰ ਨਾਲ ਖੰਘਾਂ, ਜਿਹੜੇ ਡ੍ਰੌਪਲੈਟਸ ਨੇ ਜਿਹੜੇ ਉਹ ਪਾਣੀ ਦੇ ਜਿਹੜੇ ਛੋਟੇ ਛੋਟੇ ਤੁਪਕੇ ਨੇ ਉਹ ਤੁਹਾਡੇ ਤੱਕ ਉਹ ਪਹੁੰਚ ਕੇ ਤੁਹਾਡੇ ਨੋਜ਼ ਦੇ ਰਸਤੇ, ਤੁਹਾਡੇ ਮੂੰਹ ਦੇ ਰਸਤੇ, ਤੁਹਾਡੇ ਲੰਗਸ ਵਿੱਚ ਜਾ ਕੇ ਇਨਫੈਕਸ਼ਨ ਕਰਦੇ। ਉਹ ਨੰਬਰ 1 ਜਿਹੜਾ ਨਾ ਉਹ ਟਰਾਂਸਮਿਸ਼ਨ ਦਾ ਮੋਡ ਸੀ। ਸੈਕਿੰਡ, ਉਸ ਟਾਈਮ ਦੇ ਵਿੱਚ ਇਹ ਵੀ ਕਿਹਾ ਸੀ ਵੀ ਸਰਫੇਸ ਦੀ ਗੱਲ ਕੀਤੀ ਸੀ ਵੀ ਜਿਹੜੇ ਸੋਲਿਡ ਸਰਫੇਸ ਨੇ, ਡੋਰਸ ਨੇ, ਨੋਬਸ ਨੇ, ਤੁਹਾਡੇ ਕੰਪਿਊਟਰ ਜਾਂ ਕੋਈ ਪੇਪਰ ਵਰਕ, ਸਾਰਾ ਇਹਨਾਂ ਨੂੰ ਸਾਫ਼ ਕਰੋ, ਬੜਾ ਜ਼ੋਰ ਸੀ ਉਸ ਚੀਜ਼ 'ਤੇ। ਤੇ ਹੁਣ ਪਿਛਲੇ ਕੋ 3-4 ਹਫ਼ਤੇ ਤੋਂ ਥੋੜ੍ਹਾ ਜਿਹਾ ਇਹਦਾ ਗੱਲਬਾਤ ਬਦਲ ਗਈ। ਇਹ ਕਿਉਂ ਹੋਈ ਹੈ? ਕਿਉਂਕਿ ਉਹ ਕਹਿ ਰਹੇ ਨੇ ਵੀ ਜਿਹੜੀ ਇਹ ਬਾਈ ਡ੍ਰੌਪਲੈਟ ਦੇ ਨਾਲ ਤੇ ਹੈ ਹੀ ਹੈ, ਪਰ ਜਿਹੜੇ ਉਹ ਡ੍ਰੌਪਲੈਟਸ ਨੇ ਉਹ ਜ਼ਿਆਦਾ ਦੇਰ ਵੀ ਹਵਾ ਦੇ ਵਿੱਚ ਸਰਵਾਈਵ ਕਰ ਸਕਦੇ ਨੇ। ਇਹ ਫਿਰ ਏਅਰਬੋਰਨ ਵੀ ਹੈਗੀ ਹੈ, ਇਹ ਨਹੀਂ ਇਕੱਲੀ ਵੀ ਤੁਸੀਂ ਇਸ ਤਰ੍ਹਾਂ 2 ਮੀਟਰ ਦੀ ਗੱਲ ਨਹੀਂ ਹੈਗੀ। ਜੇ ਤੁਸੀਂ ਕਿਤੇ ਜ਼ਿਆਦਾ ਖੰਘੇ ਹੋ ਜਾਂ ਤੁਹਾਡੇ ਇਨਡੋਰ ਕਿਤੇ ਬੈਠੇ ਹੋ ਤੇ ਤੁਹਾਨੂੰ ਇਹ ਇਨਫੈਕਸ਼ਨ ਹੈਗੀ ਹੈ, ਤੁਸੀਂ ਉਹਨੂੰ ਸਪਰੈਡ ਕਰਨ ਦਾ ਹਵਾ ਦੇ ਵਿੱਚ ਤੁਹਾਡੇ ਕੀਟਾਣੂ ਨੇ, ਦੈਟ ਮੀਨਸ ਵੀ ਉਹ ਜਿਹੜੀ ਉਹਨੂੰ ਤੁਹਾਨੂੰ ਵਾਚ ਕਰਨਾ ਪੈਣਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਬਦਲਦੀਆਂ ਰਹੀਆਂ। ਇਹ ਜਿਹੜੀ ਵਾਇਰਸ ਦੀ ਕਹਾਣੀ ਹੈ ਨਾ, ਇਹਦੀ ਕਰਤੂਤ ਬਦਲੀ, ਇਹਦਾ ਮੋਡ ਆਫ ਟਰਾਂਸਮਿਸ਼ਨ ਦਾ ਥੋੜ੍ਹੀ ਜਿਹੀ ਮੋਡੀਫਿਕੇਸ਼ਨ ਹੋਈ ਹੈ, ਪਰ ਅਲਟੀਮੇਟਲੀ ਗੋਲ ਕੀ ਹੈ ਸਾਰਿਆਂ ਦਾ ਕਿ ਆਪਾਂ ਨੇ ਐਜ਼ ਏ ਕਮਿਊਨਿਟੀ, ਐਜ਼ ਏ ਕੰਟਰੀ ਤੇ ਪ੍ਰੋਵਿੰਸ ਬਈ ਆਪਾਂ ਨੇ ਵੈਕਸੀਨੇਸ਼ਨ ਕਰਾਉਣਾ, ਰੋਕਥਾਮ ਕਰਨੀ ਹੈ ਤਾਂ ਕਿ ਇਨਫੈਕਸ਼ਨ ਦੁਬਾਰਾ ਨਾ ਹੋਏ। ਸੋ ਉਹਦੇ ਵਾਸਤੇ ਵੈਕਸੀਨੇਸ਼ਨ ਦੀ ਅਵੇਲੇਬਿਲਿਟੀ ਹੈਗੀ ਹੈ, ਸਾਰੀ ਕਵਰੇਜ ਹੋ ਰਹੀ ਹੈ। ਸੋ ਇਹ ਜਿਹੜਾ ਵੀ ਨਹੀਂ ਲਏਗਾ ਉਹ ਤਾਂ ਫਿਰ ਮੈਂ ਸਮਝਦਾ ਵੀ ਉਹਨਾਂ ਦਾ ਕੋਈ ਕਾਰਨ ਜਿਹੜਾ ਉਹਨਾਂ ਨੂੰ ਸਮਝੇ, ਕਿਸੇ ਹੋਰ ਨੂੰ ਤਾਂ ਸਮਝ ਹੈ ਨਹੀਂ। ਬਿਲੀਅਨਸ ਆਫ ਲੋਕ ਜਦੋਂ ਇਸ ਚੀਜ਼ ਦੇ ਮਗਰ ਪਏ ਨੇ ਤੇ ਇਨਫੈਕਟ ਲਵਾਓ ਤੁਸੀਂ ਇੰਜੈਕਸ਼ਨ। ਸੋ ਮੇਰਾ ਨੈਕਸਟ ਕੁਐਸਚਨ ਡਾਕਟਰ ਸਾਹਿਬ, ਤੁਹਾਡੀ ਬਹੁਤ ਸਿਆਣੀ ਗੱਲ ਹੈ, ਅਸੀਂ ਤਾਂ ਸਾਰੇ ਆਲਵੇਜ਼ ਸਾਡੇ ਸ਼ੋਅ 'ਤੇ ਕਹੀਦਾ ਕਿ ਵੈਕਸੀਨ ਸਾਰਿਆਂ ਨੂੰ ਲਵਾਉਣਾ ਚਾਹੀਦਾ ਹੈ। ਐਂਡ ਐਂਡ ਇਫ ਸਮਬਡੀ ਹੈਵ ਅ ਰੀਜ਼ਨ ਦੇ ਕੈਨ ਡਿਸਕਸ ਆਪਣੇ ਆਪ ਦੇ ਡਾਕਟਰ ਨਾਲ ਜਾਂ ਫਿਜ਼ੀਸ਼ੀਅਨ ਨਾਲ ਉਹ ਗੱਲ ਕਰ ਸਕਦੇ ਆ। ਸੋ ਡਾਕਟਰ ਸਾਹਿਬ ਮੇਰਾ ਨੈਕਸਟ ਕੁਐਸਚਨ ਹੈਗਾ, ਜਿਨ੍ਹਾਂ ਦੇ ਵੈਕਸੀਨ ਲੱਗ ਗਿਆ 1 ਤੇ ਜਿਨ੍ਹਾਂ ਦੇ 2, ਜਿਵੇਂ ਤੁਹਾਡੇ 2 ਲੱਗ ਗਏ, ਪਹਿਲਾਂ ਤਾਂ ਇਹ ਦੱਸੋ ਵੀ ਇਹਦੇ 'ਚ ਕੀ ਫ਼ਰਕ ਹੈ
ਨੰਬਰ 2 ਜਿਨ੍ਹਾਂ ਦੇ ਲੱਗ ਗਿਆ ਔਰ ਯੂ ਫੁੱਲੀ ਪ੍ਰੋਟੈਕਟਡ yourself or you can still transmit ਸੋ ਇਹ ਬਹੁਤ ਜ਼ਰੂਰੀ ਕੁਐਸਚਨ ਹੈ। ਪਹਿਲੀ ਗੱਲ ਤੇ ਵੀ ਜਿਹੜਾ ਵੈਕਸੀਨੇਸ਼ਨ ਹੈ ਇਹਦੀ ਇਫੈਕਟਿਵਨੈਸ 70-80% ਕਿਉਂਕਿ ਕਿੰਨਾ ਪੀਰੀਅਡ ਦੀ ਇਫੈਕਟਿਵਨੈਸ ਹੈ। ਸਪੋਜ਼ ਵੀ ਜੇ ਪਰਸੋਂ ਮੈਨੂੰ ਇੰਜੈਕਸ਼ਨ ਲੱਗਾ ਸੀ, ਆਉਣ ਵਾਲੇ ਕਿੰਨੇ 3 ਜਾਂ 4 ਮਹੀਨੇ ਤੱਕ ਪ੍ਰੋਟੈਕਸ਼ਨ 1 ਸਾਲ ਵਾਸਤੇ, ਉਹਦੇ ਬਾਰੇ ਤੇ ਕਿਸੇ ਨੂੰ ਨੌਲੇਜ ਨਹੀਂ ਹੈਗਾ। ਪਰ ਜਸਟ ਰਿਮੈਂਬਰ ਵੀ ਜੇ ਆਪਾਂ ਸਾਰਿਆਂ ਨੂੰ ਹੀ ਵੈਕਸੀਨੇਸ਼ਨ ਲੱਗ ਕੇ ਆਪਾਂ ਨੂੰ ਐਜ਼ ਏ ਸਾਰੀ ਜਿਹੜੀ ਕਮਿਊਨਿਟੀ ਵਿੱਚ ਜਿਹੜੀ ਹਰਡ ਕਮਿਊਨਿਟੀ ਹੈ ਹਰਡ ਇਮਿਊਨਿਟੀ ਉਹ ਇੰਨੀ ਬਣ ਜੇ ਤੇ ਅੱਗੋਂ ਇਹਦੇ ਟਰਾਂਸਮਿਸ਼ਨ ਦੇ ਚਾਂਸਸ ਬੜੇ ਘੱਟ ਨੇ। ਵੈਕਸੀਨੇਸ਼ਨ ਲੱਗਣ ਤੋਂ ਬਾਅਦ ਵੀ ਲੋਕਾਂ ਨੂੰ ਇਨਫੈਕਸ਼ਨ ਹੋਈ ਹੈ, ਉਹ ਟਰਾਂਸਮਿਟ ਫਿਰ ਵੀ ਕਰ ਸਕਦੇ ਨੇ। ਕਈਆਂ ਨੇ ਫॉर ਐਗਜ਼ਾਮਪਲ ਕਿ ਜੇ ਅੱਜ ਤੁਸੀਂ ਵੈਕਸੀਨੇਸ਼ਨ ਲਵਾਇਆ ਜਿਹੜੀ ਇਨਫੈਕਸ਼ਨ ਤੁਹਾਡੀ ਬਾਡੀ ਵਿੱਚ ਜਿਹੜੀ ਪ੍ਰੈਜੈਂਟੇਸ਼ਨ ਹੋਣੀ ਹੈ ਉਹ ਤੁਹਾਡੀ ਇਨਫੈਕਸ਼ਨ ਪਿਛਲੇ 2 ਹਫ਼ਤੇ ਪਹਿਲਾਂ ਹੋਈ ਹੈ। ਸੋ ਕਈ ਵਾਰੀ ਲੋਕ ਕਹਿਣਗੇ ਵੀ ਮੈਂ ਇੰਜੈਕਸ਼ਨ ਤੇ ਅੱਜ ਲਵਾ ਕੇ ਆਇਆ ਤੇ ਨਾਲੇ ਮੈਂ ਪੋਜ਼ਿਟਿਵ ਹੋ ਗਿਆ। ਜਿਹੜਾ ਤੁਸੀਂ ਪੋਜ਼ਿਟਿਵ ਹੋਏ ਹੋ ਉਹ ਤੁਹਾਨੂੰ ਵਾਇਰਸ ਪਹਿਲਾਂ ਮਿਲੀ ਹੈ, ਜਿਹੜੀ ਤੁਸੀਂ ਹੁਣ ਤੁਹਾਨੂੰ ਵੈਕਸੀਨੇਸ਼ਨ ਮਿਲਿਆ ਉਹਨੇ ਤੁਹਾਡੀ ਬਾਡੀ ਵਿੱਚ ਐਂਟੀਬਾਡੀਜ਼ ਪ੍ਰੋਡਿਊਸ ਕਰਨੀਆਂ ਤਾਂ ਕਿ ਤੁਹਾਡੀ ਬਾਡੀ ਉਸ ਚੀਜ਼ ਨੂੰ ਫਾਈਟ ਕਰ ਸਕੇ। ਸੋ ਹੋ ਸਕਦਾ ਵੀ ਤੁਹਾਨੂੰ ਦੋਨਾਂ ਚੀਜ਼ਾਂ ਦਾ ਫਾਇਦਾ ਹੋ ਜਾਏ ਕਿ ਸਪੋਜ਼ ਵੀ ਜਿਹੜੀ ਜਦੋਂ ਇਨਫੈਕਸ਼ਨ ਹੁੰਦੀ ਹੈ ਬਾਡੀ ਨੇ ਰਿਐਕਟ ਕਰਨਾ, ਉਹਨੇ ਐਂਟੀਬਾਡੀਜ਼ ਨੈਚੁਰਲੀ ਡਿਵੈਲਪ ਕਰਨੀਆਂ। ਪਰ ਅਸੀਂ ਸਾਰੇ ਕਹਿ ਰਹੇ ਹਾਂ ਵੀ ਤੁਸੀਂ ਜਦੋਂ ਵੈਕਸੀਨੇਸ਼ਨ ਲਵਾਉਂਦੇ ਹੋ ਉਹਦੀ ਜਿਹੜੀ ਲੈਵਲ ਆਫ ਐਂਟੀਬਾਡੀਜ਼ ਉਹ ਵੱਧ ਜਾਂਦੀਆਂ, ਤੁਹਾਡੀ ਬਾਡੀ ਦੀ ਜ਼ਿਆਦਾ ਪ੍ਰੋਟੈਕਸ਼ਨ ਹੋਏਗੀ। ਸੋ ਅਲਟੀਮੇਟਲੀ ਗੋਲ ਕੀ ਹੈ ਕਿਸੇ ਵੀ ਜਿਹੜਾ ਵੈਕਸੀਨੇਸ਼ਨ ਦਾ ਜਿਹੜਾ ਗੋਲ ਕੀ ਹੈ ਵੀ ਆਪਾਂ ਪ੍ਰੀਵੈਂਸ਼ਨ ਕਰਨੀ ਹੈ। ਸਾਡੀ ਹਿਸਟਰੀ ਦੇਖੋ ਦੁਨੀਆ ਦੇ ਵਿੱਚ ਵੀ ਆਪਾਂ ਜਿਹੜੀ ਤਕਲੀਫ ਦਾ ਵੈਕਸੀਨੇਸ਼ਨ ਕੀਤਾ ਉਹਦੇ ਤੋਂ ਬਚੇ ਹਾਂ। ਚਿਕਨ ਪੌਕਸ ਦਾ ਦੇਖ ਲਓ ਕਿੰਨੇ ਬਚਾਅ ਹੋਇਆ, ਸਮਾਲ ਪੌਕਸ ਦੁਨੀਆ ਵਿੱਚ ਐਰੈਡੀਕੇਟ ਕਿਉਂ ਹੋਇਆ, ਕਿਉਂਕਿ ਵੈਕਸੀਨੇਸ਼ਨ ਹੋਇਆ, ਹੋਰ ਕੋਈ ਤਰੀਕਾ ਨਹੀਂ ਸੀ। ਮੈਨੇਜਾਈਟਿਸ ਦੀ ਗੱਲ ਕਰ ਲਓ, ਹੈਪੇਟਾਈਟਿਸ ਬੀ ਤੇ ਏ ਦੀ ਗੱਲ ਕਰ ਲਓ, ਵੈਕਸੀਨੇਸ਼ਨ ਨਾ ਹੋਈ ਪ੍ਰੀਵੈਂਸ਼ਨ। ਮੀਜ਼ਲ, ਮੰਪਸ, ਰੁਬੈਲਾ ਸਾਰਾ ਵੈਕਸੀਨੇਸ਼ਨ ਨਾਲ ਠੀਕ ਹੋਇਆ। ਸੋ ਜਿਹੜੇ ਲੋਕ ਵੈਕਸੀਨੇਸ਼ਨ ਬਾਰੇ ਕਿੰਤੂ ਪਰੰਤੂ ਕਰਦੇ ਨੇ ਉਹ ਸਾਰੀ ਚੀਜ਼ ਪਹਿਲਾਂ ਸੁਣੋ, ਪੜ੍ਹੋ, ਦੇਖੋ, ਹਿਸਟਰੀ ਪੜ੍ਹੋ ਵੀ ਕੀ ਗੱਲ ਹੋਈ ਸੀ ਦੁਨੀਆ ਦੇ ਵਿੱਚ। ਕੋਈ ਵੀ ਜਿਹੜੀ ਰੋਕਥਾਮ ਹੈ ਉਹਨੂੰ ਕਰਨ ਵਾਸਤੇ ਪ੍ਰੀਵੈਂਸ਼ਨ ਕਰਨੀ ਬੜੀ ਜ਼ਰੂਰੀ ਹੈ। ਤੁਹਾਡੇ ਮੈਂ ਸਵਾਲ ਪਹਿਲੇ ਤੀਜੇ ਸਵਾਲ 'ਤੇ ਆਉਣਾ ਕਿ ਇਹ ਕਿਉਂ ਇੰਪੋਰਟੈਂਟ ਹੈ, ਕਿਉਂਕਿ ਜੇ ਸਾਰੀ ਦੁਨੀਆ ਦੇ ਵਿੱਚ ਸਾਰੇ ਸਿਸਟਮ ਨੇ ਇੱਕ ਦੂਜੇ ਨਾਲ ਕੋਆਪਰੇਸ਼ਨ ਨਹੀਂ ਕੀਤੀ, ਇੱਕ ਦੂਸਰੇ ਦੀ ਸਪੋਰਟ ਨਹੀਂ ਕੀਤੀ ਜਾਂ ਵੈਕਸੀਨੇਸ਼ਨ ਗਰੀਬ ਮੁਲਕਾਂ ਨੂੰ ਨਹੀਂ ਪ੍ਰੋਵਾਈਡ ਕੀਤਾ ਤੇ ਇਹ ਅੱਗੋਂ ਵੀ ਪ੍ਰੋਬਲਮ ਆ ਸਕਦੀ ਹੈ। ਕਿਉਂਕਿ ਦੁਨੀਆ ਦੇ ਵਿੱਚ 300-400 ਮਿਲੀਅਨ ਜਿਹੜੇ ਲੋਕ ਨੇ ਉਹਨਾਂ 'ਤੇ ਟਰੈਵਲ ਸਾਲ 'ਚ ਕਰਨਾ ਹੀ ਕਰਨਾ। ਸੋ ਕਿਸੇ ਨੇ ਇਹ ਤਾਂ ਹੈ ਨਹੀਂ ਪਹਿਲਾਂ ਵਾਂਗੂ ਕਿ ਤੁਸੀਂ ਸ਼ਿਪ 'ਤੇ ਬੈਠੇ ਤੇ 8 ਹਫ਼ਤਿਆਂ ਬਾਅਦ ਪਹੁੰਚੇ, 14 ਘੰਟਿਆਂ ਬਾਅਦ ਤੁਸੀਂ ਪਹੁੰਚ ਜਾਣਾ। ਸੋ ਜਦੋਂ ਤੁਸੀਂ ਕਿਤੇ ਵੀ ਜਾਂਦੇ ਹੋ ਤੁਸੀਂ ਕੋਈ ਨਾ ਕੋਈ ਨਾਲ ਲੈ ਕੇ ਆਉਣਾ ਹੀ ਹੈ ਤੇ ਉਹਦੇ ਚਾਂਸਸ ਨੇ ਪ੍ਰੋਬਲਮ ਆ ਸਕਦੀ ਹੈ। ਸੋ ਜਿਹੜਾ ਓਵਰਆਲ ਜਿਹੜਾ ਨਾ ਵੈਕਸੀਨੇਸ਼ਨ ਇੰਪੋਰਟੈਂਟ ਹੈ। ਅਤੇ ਤਾਂ ਦੀ ਮੈਂ ਗੱਲ ਕੀਤੀ ਹੈ ਵੀ ਕਈ ਵਾਰੀ ਲੋਕਾਂ ਦੇ ਦਿਮਾਗ 'ਚ ਆਉਂਦਾ ਵੀ ਇਹ ਵੈਕਸੀਨੇਸ਼ਨ ਲਵਾਉਣ ਦੀ ਕਿਉਂ ਜ਼ਰੂਰਤ ਹੈ। ਸੋ ਕੋਈ ਵੀ ਜਿਹੜੀ ਪ੍ਰੀਵੈਂਸ਼ਨ ਹੈ ਉਹਦਾ ਤਰੀਕਾ ਹੀ ਇਹੋ ਹੀ ਹੈ ਬਾਡੀ ਦੇ ਵਿੱਚ। ਜਸਟ ਰਿਮੈਂਬਰ ਵੀ ਜਿਹਨਾਂ ਨੂੰ ਰੁਬੈਲਾ ਸੀ ਜਾਂ ਇੱਕ ਟਾਈਮ ਸੀ ਜਦੋਂ ਪ੍ਰੈਗਨੈਂਟ ਜਿਹੜੀਆਂ ਔਰਤਾਂ ਸੀ ਉਹਨਾਂ ਨੂੰ ਇਨਫੈਕਸ਼ਨ ਹੋਣੀ, ਬੱਚਿਆਂ ਦੇ ਅੰਗ ਨਹੀਂ ਪੂਰੇ ਹੋਣੇ। ਸੋ ਉਸ ਚੀਜ਼ ਦੀ ਪ੍ਰੀਵੈਂਸ਼ਨ ਹੋਈ। ਫਿਰ ਮੀਜ਼ਲ, ਮੰਪਸ ਤੋਂ ਲੋਕ ਬੱਚੇ ਜਿਹੜੇ ਸੀ ਮਰ ਜਾਂਦੇ ਸੀ, ਉਹਨਾਂ ਨੂੰ ਬਚਾਅ ਵਾਸਤੇ ਜਿਹੜੀ ਨਾ ਵੈਕਸੀਨੇਸ਼ਨ ਹੋਈ। ਚਿਕਨ ਪੌਕਸ ਦਾ ਕਿੰਨਾ ਚੱਕਰ ਹੁੰਦਾ ਸੀ, ਉਹ ਕਿੰਨੀ ਪ੍ਰੀਵੈਂਸ਼ਨ ਹੋਈ। ਸਮਾਲ ਪੌਕਸ ਇੱਕ ਟਾਈਮ ਦੇ ਵਿੱਚ ਕਿੰਨਾ ਘਾਤਕ ਸੀ। ਅਰਲੀ 71 ਦੇ ਵਿੱਚ ਬੰਦ ਹੋਇਆ। ਉਸ ਤੋਂ ਬਾਅਦ ਤੇ ਕਿਉਂਕਿ ਮੈਸ ਵੈਕਸੀਨੇਸ਼ਨ ਸੀ, ਸਾਰੀ ਦੁਨੀਆ ਵਿੱਚ ਵੈਕਸੀਨੇਸ਼ਨ ਹੋਈ। ਸੋ ਗੁੱਡ ਰੈਕਡ ਹੈ WHO ਦਾ ਕਿ ਚੰਗੇ ਤਰੀਕੇ ਨਾਲ ਇਹਨਾਂ ਨੂੰ ਮੋਨੀਟਰ ਕੀਤਾ। ਪਰ ਟਾਈਮ ਟੂ ਟਾਈਮ ਜਿਹੜੇ ਲੀਡਰਸ ਨੇ ਜੋ ਹੁੰਦੇ ਨੇ ਜਿਸ ਵੀ ਉਸ ਟਾਈਮ ਦੇ ਵਿੱਚ ਕਈ ਵਾਰੀ ਉਹ ਫਾਲਤੂ ਗੱਲ ਬੋਲਦੇ ਨੇ ਤਾਂ ਉਹਦਾ ਨਹੀਂ ਫਰਕ ਪੈਣਾ ਚਾਹੀਦਾ। ਕਿਉਂਕਿ ਓਵਰਆਲ ਜਿਹੜਾ ਸਿਸਟਮ ਹੈ ਆਲਰੇਡੀ ਸੈਟਅਪ ਹੈ, ਇੱਕ ਜਾਂ ਦੋ ਬੰਦਿਆਂ ਦੇ ਗੱਲ ਕਰਨਾ ਉਹ ਖਰਾਬ ਨਹੀਂ ਹੋਣਾ। ਸੋ ਡਾਕਟਰ ਸਾਹਿਬ ਤੁਸੀਂ ਕੀ ਸੋਚਦੇ ਆ ਮੈਡੀਕਲ ਪ੍ਰੋਫੈਸ਼ਨ ਦੇ ਤੌਰ 'ਤੇ ਕਿ ਇਹ ਆਪਾਂ ਨੋਰਮੈਲਸੀ ਜਿਹੜੀ ਹੈ ਬੈਕ ਟੂ ਨੋਰਮਲ ਆਪਾਂ ਕਹਿ ਰਹੇ ਕਿ ਸਮਰ 'ਚ ਥੋੜ੍ਹਾ ਜਿਹਾ ਜੁਲਾਈ ਤੋਂ ਬਾਅਦ ਥੋੜ੍ਹਾ ਜਿਹਾ ਹੋਰ ਖੁੱਲ੍ਹਣਾ ਸ਼ੁਰੂ ਹੋ ਜਾਣਾ। ਡੂ ਯੂ ਥਿੰਕ ਵੀ ਵਿਲ ਬੀ ਓਕੇ ਬਾਈ ਕ੍ਰਿਸਮਸ ਟਾਈਮ? ਦੇਖੋ ਜਿਹੜਾ ਜਿਸ ਹਿਸਾਬ ਨਾਲ ਕੇਸਿਸ ਨੇ ਉਸ ਹਿਸਾਬ ਨਾਲ ਤਾਂ ਬੜਾ ਕਲੀਅਰ ਹੈ ਵੀ ਆਪਾਂ ਹੁਣ ਦਾ ਰਾਈਟ ਪੈਥ ਹਾਂ ਪ੍ਰੋਵਿੰਸ ਦੇ ਵਿੱਚ। ਵੀ ਜਿਸ ਤਰ੍ਹਾਂ ਹਿਸਾਬ ਨਾਲ ਪਹਿਲਾਂ ਗੈਦਰਿੰਗ ਸੀ 5 ਦਿਨ ਹੀ ਸੀ ਹੁੰਦੀ, ਫਿਰ ਵਧਾਤੀ ਹੌਲੀ ਹੌਲੀ ਜੋ ਵੀ ਸਟੈਪਸ ਨੇ ਉਹ, ਪਰ ਇੱਕੋ ਚੀਜ਼ 'ਤੇ ਬੇਸ ਹੋਣੇ ਨੇ ਵੀ ਕੇਸਿਸ 'ਤੇ। ਜਿੰਨੀ ਦੇਰ ਤੱਕ ਕੇਸਿਸ ਨੂੰ ਆਪਾਂ ਕੰਟਰੋਲ ਨਹੀਂ ਕਰਦੇ ਉਨੀ ਦੇਰ ਤੱਕ ਗੱਲ ਨਹੀਂ ਬਣਨੀ। ਕੇਸਿਸ ਨੂੰ ਕੰਟਰੋਲ ਕਰਨ ਵਾਸਤੇ ਕੀ ਤਰੀਕਾ, ਮੈਂ ਬਾਰ-ਬਾਰ ਰਿਪੀਟ ਕਰਨਾ ਪਿਆ ਕਿ ਤਰੀਕਾ ਕੀ ਹੈ। ਵੈਕਸੀਨੇਸ਼ਨ ਤੋਂ ਬਿਨਾਂ ਗੱਲ ਨਹੀਂ ਬਣਨੀ। ਵੈਕਸੀਨੇਸ਼ਨ ਲਵਾਓ, ਫਸਟ ਡੋਜ਼ ਲਵਾਓ, ਸੈਕੰਡ ਡੋਜ਼ ਲਵਾਓ, ਜੇ ਮਿਕਸ ਕਰਨੀ ਉਹ ਕਰ ਲਓ,
ਜੋ ਵੀ ਹੈਗਾ ਸਾਰੀ ਫੈਮਿਲੀ ਵਿੱਚ ਤੁਸੀਂ ਲਓ। 12 ਸਾਲ ਦੇ ਉੱਪਰ ਸਾਰਿਆਂ ਵਾਸਤੇ ਹੁਣ ਅਵੇਲੇਬਿਲਿਟੀ ਹੈਗੀ ਹੈ, ਉਹ ਕਰੋ। ਤੁਸੀਂ ਰਜਿਸਟ੍ਰੇਸ਼ਨ ਕਰਾਓ, ਟਾਈਮ ਮਿਲਦਾ ਪਿਆ, ਛੁੱਟੀ ਤੁਹਾਨੂੰ ਮਿਲਦੀ ਹੈ, ਪੇਡ ਟਾਈਮ ਮਿਲਦਾ ਪਿਆ ਤੁਸੀਂ ਇੰਜੈਕਸ਼ਨ ਲਵਾਉਣ ਵਾਸਤੇ। ਸੋ ਪ੍ਰੋਬਲਮ ਕੀ ਹੈ, ਇਸ਼ੂ ਕੀ ਉਹਦੇ ਵਿੱਚੋਂ ਹੈਗਾ ਵੀ ਤੁਹਾਡੀ ਜਿਹੜੀ ਹੈ ਨਾ, ਜਦੋਂ ਸਿਸਟਮ ਵਿਲਿੰਗ ਹੈ ਤੁਹਾਨੂੰ ਹੈਲਪ ਕਰਦਾ ਪਿਆ, ਤੁਹਾਡਾ ਇਹ ਸਿਸਟਮ ਪੈਸੇ ਦੇ ਲੋਕੀ ਪੇ ਕਰਦੇ ਨੇ, ਪਰ ਆਲਰੇਡੀ ਇਸਟੈਬਲਿਸ਼ ਤੇ ਹੈਗਾ ਨਾ ਪ੍ਰੋਗਰਾਮ। ਇਹ ਤਾਂ ਨਹੀਂ ਵੀ ਤੁਹਾਨੂੰ ਕੋਈ ਟਾਈਮ ਦੀ ਕੋਈ ਇਸ਼ੂ ਹੈਗਾ, ਤੁਹਾਨੂੰ ਕੰਮ ਦਾ ਕੋਈ ਇਸ਼ੂ ਹੈਗਾ, ਤੁਸੀਂ ਕੋਈ ਪੇਮੈਂਟ ਕਰਨੀ ਹੈ, ਜਾਂ ਤੁਸੀਂ ਜਾ ਕੇ ਤੁਹਾਡੇ ਵਾਸਤੇ ਅਵੇਲੇਬਿਲਿਟੀ ਨਹੀਂ ਹੈਗੀ, ਕੋਈ ਡਿਸਕ੍ਰਿਮੀਨੇਸ਼ਨ ਹੈ, ਜਾਂ ਇਹ ਨਹੀਂ ਕਹਿ ਰਹੇ ਵੀ ਇਸ ਬੰਦੇ ਨੂੰ ਨਹੀਂ ਦੇਣਾ, ਇਸ ਬੰਦੇ ਨੂੰ ਦੇਣਾ, ਇਸ ਜਗ੍ਹਾ ਸਾਰਾ ਕੁਝ। ਤੇ ਇੰਨਾ ਸੈਟਅਪ ਹੈ ਸਿਸਟਮ, ਵਾਰ ਲਾਈਕ ਕੰਮ ਕੀਤਾ। ਇੰਨਾ ਮੈਂ ਕਿ ਇੰਪ੍ਰੈਸਿਵ ਕੰਮ ਹੈ ਵੀ ਤੁਸੀਂ ਜਾਂਦੇ ਹੋ, ਤੁਹਾਨੂੰ ਪਹਿਲਾਂ ਇੱਕ ਕੋਈ ਰਿਸੀਵ ਕਰਦਾ, ਪਰ ਉਸ ਤੋਂ ਬਾਅਦ ਤੁਹਾਨੂੰ ਸੈਕੰਡ ਕੋਈ ਤੁਹਾਨੂੰ ਡਾਇਰੈਕਸ਼ਨ ਦੇ ਰਿਹਾ, ਥਰਡ ਤੁਹਾਡੀ ਰਜਿਸਟ੍ਰੇਸ਼ਨ ਕਰਾ ਰਿਹਾ, ਚੌਥਾ ਜਿਹੜਾ ਤੁਹਾਨੂੰ ਸਵਾਲ ਪੁੱਛਦੇ ਨੇ, ਪੰਜਵਾਂ ਤੁਹਾਡੇ ਇੰਜੈਕਸ਼ਨ ਲਾਉਂਦਾ, ਛੇਵਾਂ ਤੁਹਾਨੂੰ ਟਾਈਮ ਦੱਸਦਾ ਪਿਆ, ਸੱਤਵੇਂ ਨੇ ਆ ਕੇ ਤੁਹਾਨੂੰ ਦੱਸਣਾ ਵੀ ਤੁਸੀਂ ਹੁਣ ਜਾ ਸਕਦੇ ਹੋ। ਸੋ 7 ਬੰਦੇ ਤੁਹਾਡੇ 'ਤੇ ਨੇ, ਆਲਮੋਸਟ 7 ਪੀਪਲ ਔਨ 1 ਪਰਸਨ। ਸੋ ਦੇਖ ਲਓ ਵੀ ਖਰਚਾ ਤਾਂ ਹੋ ਹੀ ਰਿਹਾ, ਪਰ ਜਿਹੜਾ ਖਰਚਾ ਸਾਰਾ ਇਹ ਇੰਪੋਰਟੈਂਟ ਖਰਚਾ, ਕਿਉਂਕਿ ਇਸ ਤੋਂ ਬਿਨਾਂ ਗੱਲ ਨਹੀਂ ਬਣਨੀ। ਸੋ ਮੈਂ ਫਿਰ ਰਿਪੀਟ ਕਰਦਾ, ਆਪਾਂ ਜਿਸ ਤਰ੍ਹਾਂ ਜਾਂਦੇ ਹਾਂ, ਮੈਂ ਪਹਿਲਾਂ ਗਿਆ ਸੀ ਜਿਹੜੀ ਹੁੰਦੀ ਆਪਣੀ ਡਰਾਈਵ ਇਨ ਵਾਲਾ ਸੀ ਜਿਹੜਾ ਚੱਕਰ, ਉਹਦੇ ਵਿੱਚ ਥੋੜ੍ਹਾ ਜਿਹਾ ਡਿਫਰੈਂਟ ਸੀ ਸਿਸਟਮ। ਹੁਣ ਦੁਬਾਰਾ ਮੈਂ ਕਿਹਾ ਵੀ ਟਰਾਈ ਕਰਨਾ ਵੀ, ਕਿਉਂਕਿ ਸਾਰੇ ਸਵਾਲ ਪੁੱਛਦੇ ਨੇ, ਇਨ ਪਰਸਨ ਜਾ ਕੇ ਦੇਖੀਏ। ਸੋ ਜਦੋਂ ਗਏ ਉੱਥੇ ਪਹਿਲਾਂ ਉਹਨਾਂ ਦਾ ਫੋਨ ਆਇਆ ਵੀ ਤੁਸੀਂ ਅੱਧਾ ਘੰਟਾ ਪਹਿਲਾਂ ਵੀ ਆ ਸਕਦੇ ਹੋ, ਫੋਨ ਨੰਬਰ ਹੈਗਾ ਉਹਨਾਂ ਕੋਲ ਸਾਰਿਆਂ ਦੇ। ਸੋ ਪਹਿਲਾਂ ਚਲੇ ਗਏ ਤੁਸੀਂ ਉੱਥੇ ਜਾ ਕੇ, ਪਹਿਲਾਂ ਕੋਈ ਬਾਹਰ ਬੈਠੇ ਸੀ, ਉਹਨਾਂ ਕਿਹਾ ਵੀ ਆਹ ਡਾਇਰੈਕਸ਼ਨ ਹੈ। ਸੈਕਿੰਡ ਤੁਹਾਨੂੰ ਉਹਨਾਂ ਨੇ ਆਪਣੇ ਸਿਕਿਉਰਿਟੀ ਵਾਲੇ ਨੇ ਫਿਰ ਡਾਇਰੈਕਸ਼ਨ ਦੇ ਰਹੇ ਨੇ, ਫਿਰ ਲਾਈਨ 'ਚ ਬਿਠਾਉਣ ਵਾਲੇ ਨੇ, ਫਿਰ ਰਜਿਸਟ੍ਰੇਸ਼ਨ ਕਰਾਉਣ ਵਾਲੇ ਨੇ, ਤੁਹਾਡੀ very good system. I think it's an exceptionally good system ਕਿ ਇਸ ਤੋਂ ਇਲਾਵਾ ਕੰਮ ਨਹੀਂ ਸੀ ਬਣਨਾ। ਨਾਲੇ ਸਾਰੇ ਲੋਕ ਲਵਾ ਰਹੇ ਨੇ, ਇੱਕ ਦੂਜੇ ਵੱਲ ਵੇਖ ਕੇ ਹੌਸਲਾ ਹੁੰਦਾ ਵੀ ਇਹ ਕੰਮ ਠੀਕ ਹੋ ਰਿਹਾ। ਐਂਡ ਇਫ ਪਰਸੈਂਟੇਜ ਵਾਈਜ਼ ਆਪਾਂ ਦੇਖੀਏ 72% ਐਂਡ ਜਿਹੜੇ ਐਲੀਜੀਬਲ ਪੀਪਲ ਹੈਗੇ ਆ, ਨੇ ਵੈਰੀ ਗੁੱਡ ਨਿਊਜ਼ ਫॉर ਬ੍ਰਿਟਿਸ਼ ਕੋਲੰਬੀਆ। ਸੋ ਸਾਡੀ ਗੱਲ ਚੱਲ ਰਹੀ ਹੈ ਡਾਕਟਰ ਗੁਲਜ਼ਾਰ ਚੀਮਾ ਨਾਲ, ਤੇ ਤੁਸੀਂ ਮੋਸਟ ਵੈਲਕਮ ਟੂ ਗਿਵ ਹਿਮ ਅ ਕਾਲ। ਸਾਡੇ ਕੋਲ 5-7 ਮਿੰਟ ਹੋਰ ਹੈਗੇ ਆ, ਤੁਸੀਂ ਉਹਨਾਂ ਨੂੰ ਫੋਨ ਕਰਕੇ ਇਸ ਦੇ ਬਾਰੇ ਕੋਈ ਕੁਐਸਚਨ ਕੋਵਿਡ ਬਾਰੇ ਜਾਂ ਹੈਲਥ ਇਸ਼ੂਜ਼ ਬਾਰੇ ਉਹਨਾਂ ਨੂੰ ਕੁਐਸਚਨ ਪੁੱਛ ਸਕਦੇ ਹੋ। ਡਾਕਟਰ ਸਾਹਿਬ, ਮੇਰਾ ਨੈਕਸਟ ਕੁਐਸਚਨ ਸੀਗਾ, ਟਾਕ ਟੂ ਲੋਟ ਆਫ ਪੀਪਲ ਜਿਨ੍ਹਾਂ ਨੂੰ ਕੋਵਿਡ ਹੋ ਗਿਆ positive and they gone through that. Some were perfectly healthy young people and they affected them badly. मतलब बहुत ज़्यादा उन्होंने मतलब some of them thought close to death experience, but other people regardless of age it was like a flu-like systems. ਇਹਦਾ ਕੀ ਰੀਜ਼ਨ? ਦੇਖੋ, ਕੋਈ ਵੀ ਜਿਹੜੀ ਇਨਫੈਕਸ਼ਨ ਹੈ, ਫਲੂ ਹੋਏ ਜਾਂ ਕੋਈ ਨਿਮੋਨੀਆ ਹੁੰਦਾ ਜਾਂ ਕੋਈ ਹੋਰ ਕੋਈ ਇਨਫੈਕਸ਼ਨ ਹੁੰਦੀ ਹੈ, ਬਾਡੀ ਦਾ ਜਿਹੜਾ ਆਪਣਾ ਸਿਸਟਮ ਹੈ, ਤੁਹਾਡੀ ਬਾਡੀ ਦੇ ਵਿੱਚ ਇਨਫ ਹੈਗੇ ਨੇ ਰਿਸੋਰਸਿਸ ਸਾਡੀ ਬਾਡੀ ਦੇ ਵਿੱਚ ਵੀ ਆਪਾਂ ਉਸ ਚੀਜ਼ ਨੂੰ ਫਾਈਟ ਕਰ ਸਕਦੇ ਹਾਂ। ਸੋ ਕਈ ਇਹ ਕਰਦਾ ਵੇਰੀ ਪਰਸਨ ਟੂ ਪਰਸਨ। ਹੋ ਸਕਦਾ ਵੀ ਕਿਸੇ ਵਿੱਚ ਇੰਨੀ ਸਟਰੈਂਥ ਨਹੀਂ ਹੈਗੀ ਅਤੇ ਉਹਨਾਂ ਦੀ ਉਹ ਇਨਫੈਕਸ਼ਨ ਨਹੀਂ ਫਾਈਟ ਕਰ ਸਕੇ। ਸੋ ਜਿਹੜੇ ਐਲਡਰਲੀ ਪਾਪੂਲੇਸ਼ਨ ਸੀ, ਇਸੇ ਕਰਕੇ ਪਹਿਲਾਂ ਉਹਨਾਂ ਦੀ ਡੈਥ ਹੋਈ। ਜਿਹੜੀ ਯੰਗਰ ਸੀ ਪਾਪੂਲੇਸ਼ਨ, ਹੋ ਸਕਦਾ ਵੀ ਉਹ ਬੰਦੇ, ਉਹ ਇਨਸਾਨ ਜ਼ਿਆਦਾ ਕੰਪਰੋਮਾਈਜ਼ ਹੋਣ, ਮੇ ਵੀ ਸਮੋਕ ਕਰਦੇ ਸੀ, ਮੇ ਵੀ ਉਹਨਾਂ ਦੀ ਡਾਇਬਟੀਜ਼ ਦੀ ਪ੍ਰੋਬਲਮ ਹੈ, ਹੋ ਸਕਦਾ ਲੰਗਸ ਦੀ ਕੋਈ ਇਸ਼ੂ ਹੋਏ, ਐਸਮਾ ਹੋਏ ਜਾਂ ਕਰੋਨਿਕ ਉਹਨਾਂ ਨੂੰ ਕੋਈ ਡਿਜ਼ੀਜ਼ ਹੈ। ਕਈ ਵਾਰੀ ਹਰ ਬੰਦਾ ਹਰ ਟਾਈਮ 'ਤੇ ਉਹ ਗੱਲ ਨਹੀਂ ਪੂਰੀ ਦੱਸਦਾ। ਸੋ ਕੋਈ ਨਾ ਕੋਈ ਗੱਲ ਤਾਂ ਹੈ ਹੀ ਹੈ, ਪਰ ਇਹ ਵੀ ਨਾਲ ਵੇਖਿਆ ਗਿਆ ਕਿ ਕਈ ਲੋਕ ਜਿਹੜੇ ਪੂਰੇ ਹੋਏ ਨੇ ਰਿਕਵਰ ਇਨਫੈਕਸ਼ਨ ਤੋਂ, ਹਸਪੀਟਲ ਤੋਂ ਘਰ ਆ ਗਏ, ਅਜੇ ਵੀ 2-3 ਮਹੀਨਿਆਂ ਬਾਅਦ ਸਟਿਲ ਉਹਨਾਂ ਨੂੰ ਖੰਘ ਵਗੈਰਾ ਆਉਂਦੀ ਹੈ। ਉਹਨਾਂ ਦੀ ਅਜੇ ਵੀ ਉਹ ਸਮਝਦੇ, ਇੱਕ ਹੈਗੀ ਹੈ ਕਿ ਟਰਮ ਯੂਜ਼ ਹੋ ਰਹੀ ਵੀ ਜਿਹੜੀ ਏਅਰ ਟਰੈਪਿੰਗ ਹੈ ਨਾ, ਅਜੇ ਵੀ ਛੋਟੇ ਛੋਟੇ ਜਿਹੜੇ ਲੰਗਸ ਦੇ ਵਿੱਚ ਹਿੱਸੇ ਨੇ, ਉਹਨਾਂ ਵਿੱਚ ਅਜੇ ਵੀ ਏਅਰ ਟਰੈਪਿੰਗ ਇਸ ਵੈਰੀ, ਉਹ ਜਿਹੜੀ ਏਅਰ ਵਿੱਚੋਂ ਜਾ ਕੇ ਤੇ ਉਹਨਾਂ ਨੂੰ ਖੰਘ ਹੁੰਦੀ ਹੈ, ਫਿਰ ਉਹ ਕੁਝ ਕਰ ਨਹੀਂ ਸਕਦੇ। ਕਿਉਂਕਿ ਇਹਦਾ ਜਿਹੜੀ ਸੀ ਨਾ, ਇਹਦਾ ਜਿਹੜੀ ਐਕਸਰੇ ਜਿਹੜੀ ਪਿਕਚਰ ਹੈ ਨਾ, ਜਿਨ੍ਹਾਂ ਨੂੰ ਹੋਇਆ ਉਹਨਾਂ ਦਾ ਤੁਸੀਂ ਐਕਸਰੇ ਵੇਖੋ, ਬਿਲਕੁਲ ਜਿਸ ਤਰ੍ਹਾਂ ਨਾ ਗਲਾਸ ਵਾਂਗੂ ਬਣ ਜਾਂਦਾ ਇੱਕਦਮ, ਜਿਹੜੀ ਗਲੂ ਵਾਂਗੂ ਏਸੀ ਇਨਫੈਕਸ਼ਨ। ਇਹਨੇ ਤੁਹਾਡਾ ਸਿਸਟਮ ਹੀ ਜਦੋਂ ਸਾਰਾ ਬੰਦ ਕਰਤਾ ਅਤੇ ਬੜੀ ਮੁਸ਼ਕਿਲ ਆਈ। ਸੋ ਹਰ ਇੱਕ ਨੇ ਡਿਫਰੈਂਟ ਤਰੀਕੇ ਨਾਲ ਰਿਐਕਸ਼ਨ ਕੀਤਾ। ਸੋ ਤੁਹਾਡੀ ਗੱਲਾਂ ਸਾਰੀਆਂ ਦਾ ਅਲਟੀਮੇਟਲੀ ਇੱਕੋ ਹੀ ਜਵਾਬ ਹੈ ਵੀ ਵੈਕਸੀਨੇਸ਼ਨ ਲਵਾਓ, ਪ੍ਰੀਕਾਸ਼ਨਸ ਫਾਲੋ ਕਰੋ, ਰੂਲਸ ਫਾਲੋ ਕਰੋ, ਡਾਇਰੈਕਸ਼ਨਸ ਫਾਲੋ ਕਰੀਏ ਅਸੀਂ। ਅਤੇ ਇਸ ਚੀਜ਼ ਨੂੰ ਜਿੰਨੀ ਦੇਰ ਤੱਕ 80% ਜਦੋਂ ਆਪਣੀ ਇਮੂਨਾਈਜੇਸ਼ਨ ਹੋ ਗਈ, ਉਸ ਤੋਂ ਇਲਾਵਾ ਜਦੋਂ ਆਪਣੀ ਇਮਿਊਨਿਟੀ ਬਣ ਗਈ, ਆਪਣੀ ਬਾਡੀ ਇੰਨੀ ਸਟਰੋਂਗ ਹੋ ਜਾਏ,
ਤੇ ਆਪਾਂ ਨੂੰ ਇਹ ਜਿਹੜੀਆਂ ਬਾਕੀ ਗੱਲਾਂ ਖੋਲ੍ਹਣ ਵਾਸਤੇ ਪ੍ਰੋਵਿੰਸ ਖੋਲ੍ਹਣ ਲਈ ਸਰਜੀਕਲ ਪ੍ਰੋਸੀਜਰ ਲੋਕਾਂ ਦੇ ਵੇਟ ਕਰਦੇ ਪਏ ਨੇ, ਲੋਕਾਂ ਦੀ ਦੁਕਾਨਾਂ ਦੇ ਕੰਮ ਬੰਦ ਹੋਏ ਨੇ, ਟਰੈਵਲ ਨਹੀਂ ਹੋ ਰਿਹਾ। ਇਹਦੇ ਨਾਲ ਮੈਂਟਲ ਹੈਲਥ ਦੀ ਤਾਂ ਆਪਾਂ ਗੱਲ ਨਹੀਂ ਕੀਤੀ, ਮੈਂਟਲ ਹੈਲਥ ਦੀ ਗੱਲ ਨਹੀਂ ਕੀਤੀ ਆਪਾਂ, ਆਪਾਂ ਇਹਦੀਆਂ ਜਿਹੜੀਆਂ ਲੋਕਾਂ ਨੇ ਡਿਊਰਿੰਗ ਦਿਸ ਟਾਈਮ ਡਰਿੰਕ ਬੜੀ ਕੀਤੀ ਉਹਦੀ ਗੱਲ ਨਹੀਂ ਕੀਤੀ, ਸਮੋਕਿੰਗ ਦੀ ਗੱਲ ਨਹੀਂ ਕੀਤੀ, ਫੈਮਿਲੀ ਦੇ ਵਿੱਚ। So that's Dr. Sahab my next question anyways, because ਆਪਾਂ briefly mental health during this period ਹੈ ਨਾ ਜੀ, and opioid crisis is gone through the roof, and ਉਹਦੇ 'ਚ ਜਿਹੜੇ ਸਾਈਡ ਉਹਦੇ ਇਫੈਕਟਸ ਹੋਏ ਜਿਵੇਂ ਤੁਸੀਂ ਮੈਂਸ਼ਨ ਕੀਤਾ, ਸਮੋਕਿੰਗ ਜਾਂ ਡਰਿੰਕਿੰਗ ਜਾਂ ਓਵਰ ਈਟਿੰਗ, ਸੋ ਉਸ ਦੇ ਬਾਰੇ ਦੱਸੋ ਵੀ ਤੁਹਾਡਾ ਕੀ ਆਬਜ਼ਰਵੇਸ਼ਨ। ਇਹ ਜਿਹੜਾ ਨਾ ਇਹਦੀਆਂ ਗੱਲਾਂ, ਇਹ ਜਦੋਂ ਕੰਮ ਖੁੱਲ੍ਹਿਆ, ਜਦੋਂ ਸਿਸਟਮ ਤੋਂ ਆਪਾਂ ਨਿਕਲ ਕੇ ਬਾਹਰ ਆਏ, ਇਹਦੇ ਬਾਰੇ ਖੋਜ ਹੋਣੀ ਬਹੁਤ ਜ਼ਿਆਦਾ। ਕਿਉਂਕਿ ਜਸਟ ਇਮੈਜਿਨ ਵੀ ਤੁਸੀਂ ਕੋਈ ਵੀ ਫਾਰ ਐਗਜ਼ਾਮਪਲ ਕੋਈ ਇੱਕ ਜਿਹੜਾ ਫੈਮਿਲੀ ਵਿੱਚ ਤੁਸੀਂ 2 ਜਾਂ 3 ਘੰਟੇ ਇਕੱਠੇ ਪਹਿਲਾਂ ਟਾਈਮ ਸਪੈਂਡ ਕਰਦੇ, ਹੁਣ ਤੁਹਾਨੂੰ 12 ਘੰਟੇ ਇਕੱਠੇ ਟਾਈਮ ਸਪੈਂਡ ਕਰਨਾ ਪੈਂਦਾ। ਇੱਕ ਫੈਮਿਲੀ ਵਿੱਚ ਐਟ ਏ ਟਾਈਮ ਇੱਕ ਮੈਂਬਰ ਸੀ, 2 ਮੈਂਬਰ ਸੀ, 4 ਜਨਰੇਸ਼ਨਾਂ ਨੇ, ਜਿਨ੍ਹਾਂ ਨੂੰ ਅਸੀਂ ਕਹਿ ਰਹੇ ਸੀ ਵੀ ਸਾਰੇ ਕਹਿੰਦੇ ਸੀ ਬੜੀ ਵੱਡੀ ਗੱਲ ਹੈ, ਚੰਗੀ ਗੱਲ ਹੈ ਜੀ, ਇਹ ਇਹ ਜਿਹੜੀ ਸਾਊਥ ਏਸ਼ੀਅਨ ਭਾਈਚਾਰਾ ਇਹ ਆਪਣੀ ਫੈਮਿਲੀ ਦੀ ਕੇਅਰ ਕਰਦਾ। ਪਰ ਇਹ ਨਾਲ ਨਹੀਂ ਕਿਸੇ ਨੇ ਵੇਖਿਆ ਵੀ ਇਹ ਜਿਹੜੀਆਂ ਛੋਟੇ ਇੰਨੀ ਜਗ੍ਹਾ ਦੇ ਵਿੱਚ ਇੰਨੇ ਬੰਦੇ ਬੰਦ ਨੇ, ਉਹਨਾਂ ਦੀ ਜਿਹੜੀ ਮਾਨਸਿਕ ਜਿਹੜੀ ਸਿਹਤ 'ਤੇ ਬੜਾ ਅਸਰ ਪਿਆ ਬਹੁਤ ਜ਼ਿਆਦਾ। ਉਹਨਾਂ ਨੂੰ ਕਈਆਂ ਨੇ ਡਰਿੰਕਿੰਗ ਜ਼ਿਆਦਾ ਸ਼ੁਰੂ ਕਰ ਦਿੱਤੀ। ਸੋ ਇਹ ਜਿਹੜੇ ਇਸ਼ੂਜ਼ ਨੇ ਇਹਨਾਂ ਨੂੰ ਰਿਜ਼ੋਲਵ ਕਰਨ ਦਾ ਇੱਕੋ ਤਰੀਕਾ ਵੀ ਹੌਲੀ ਹੌਲੀ ਆਪਾਂ ਸਿਸਟਮ 'ਚ ਸਾਨੂੰ ਬਾਹਰ ਆਉਣਾ ਪੈਣਾ, ਡਾਇਰੈਕਸ਼ਨਸ ਫਾਲੋ ਕਰਨੀਆਂ ਪੈਣੀਆਂ, ਇੱਕ ਰਸਤਾ ਰੋਡ ਮੈਪ ਮਿਲ ਗਿਆ, ਉਸ ਨੂੰ ਫਾਲੋ ਕਰਨ ਤੋਂ ਬਾਅਦ ਹੀ ਸਾਰਾ ਇਹ ਕੰਮ ਠੀਕ ਹੋਣਾ। ਇਸ ਤੋਂ ਇਲਾਵਾ ਜਸਟ ਇੱਕ ਜਿਹੜੇ ਦਿਮਾਗ ਦੇ ਵਿੱਚ ਲੋਕਾਂ ਨੂੰ ਐਟਲੀਸਟ ਕੈਨੇਡਾ ਵਿੱਚ ਘੱਟ ਪਰੇਸ਼ਾਨੀ ਹੋਈ ਫਾਈਨੈਂਸ਼ਲੀ, ਬਾਕੀ ਜਿਹੜੇ ਲੋਕ ਸੀ ਉਹਨਾਂ ਨੂੰ ਬਾਕੀ ਕੰਟਰੀਆਂ ਵਿੱਚ ਤੇ ਕੰਮ ਖਰਾਬ ਹੋ ਗਿਆ। ਇੱਥੇ ਤੇ ਗਵਰਨਮੈਂਟ ਆਫ ਕੈਨੇਡਾ ਨੇ ਜਿਹਨੂੰ ਵੀ ਜ਼ਰੂਰਤ ਸੀ ਉਹਨੂੰ ਸਪਲਾਈ ਕੀਤਾ, ਪ੍ਰੋਵਿੰਸ ਨੇ ਜਿਹਨੂੰ ਜ਼ਰੂਰਤ ਸੀ ਉਹਨੂੰ ਉਹਨਾਂ ਹੈਲਪ ਕੀਤੀ ਹੈ। ਸੋ ਓਵਰਆਲ ਜਿਹੜਾ ਸੀ ਨਾ ਫਾਈਨੈਂਸ਼ੀਅਲ ਜਿਹੜਾ ਸਟ੍ਰੈਸ ਸੀ ਉਹ ਵੀ ਬੜੀ ਵੱਡੀ ਚੀਜ਼, ਬਹੁਤ ਵੱਡਾ ਕੰਮ ਹੋ ਗਿਆ। ਪਰ ਲੋਕਾਂ ਨੂੰ ਜਿਹੜੀ ਸੀ ਨਾ ਉਹਨਾਂ ਨੂੰ ਅਨਇੰਪਲੋਇਮੈਂਟ ਦੇ ਵੀ ਪੈਸੇ ਮਿਲ ਗਏ, ਦੂਜੇ ਵੀ ਮਿਲ ਗਏ, ਕੰਪਨੀਆਂ ਨੂੰ ਵੀ ਪੈਸੇ ਮਿਲ ਗਏ। ਸੋ ਕਾਫੀ ਕੁਝ ਇਕੋਨਮੀ ਤਾਂ ਚੱਲਦੀ ਰਹੀ। ਇਸੇ ਕਰਕੇ ਤੇ ਲੋਕਾਂ ਨੇ ਹੁਣ ਜਸਟ ਲੁੱਕ ਇਨ ਸਰੀ ਔਨ ਫਰੇਜ਼ਰ ਵੈਲੀ, ਘਰਾਂ ਦਾ ਕੀਮਤਾਂ ਦੇਖੋ, ਲੋਟਸ ਦੀ ਕੀਮਤ ਦੇਖੋ ਕਿਸ ਤਰੀਕੇ ਨਾਲ, ਜੇ ਸਾਰਾ ਇੰਨਾ ਮਾੜਾ ਹਾਲ ਹੈ ਤੇ ਆ ਕਿਸ ਤਰ੍ਹਾਂ ਠੀਕ ਹੋ ਰਿਹਾ। ਸੋ ਓਵਰਆਲ ਜਿਹੜਾ ਨਾ ਇਹਦੇ ਬਾਰੇ ਕਈ ਸਟੱਡੀਜ਼ ਹੋਣੀਆਂ ਬਾਅਦ ਦੇ ਵਿੱਚ ਵੀ ਕਿਹਨਾਂ ਲੋਕਾਂ ਨੂੰ ਇਸ ਟਾਈਮ ਦੇ ਵਿੱਚ ਨੁਕਸਾਨ ਜ਼ਿਆਦਾ ਹੋਇਆ, ਕਿਹਨਾਂ ਨੂੰ ਫਾਇਦਾ ਵੀ ਹੋਇਆ। ਕਈਆਂ ਲੋਕਾਂ ਨੇ ਇਸ ਚੀਜ਼ ਨੂੰ ਐਕਸਪਲੋਇਟ ਵੀ ਕੀਤਾ। ਰਿਮੈਂਬਰ ਪਹਿਲੇ ਦੇ ਵਿੱਚ ਕੀ ਸੀ, ਉਹ ਟੋਇਲਟ ਪੇਪਰ ਹੀ ਇਕੱਠੇ ਕਰਨ ਦੀਆਂ ਲਾਈਨਾਂ ਲਾਤੀਆਂ, ਇਹ ਡਰਾ ਪਾਤਾ, ਫਿਰ ਕਈ ਤਰ੍ਹਾਂ ਦੀਆਂ ਗੱਲਾਂ, ਕਈਆਂ ਨੇ ਮਾਸਕ ਦਾ ਚੱਕਰ ਪਾਤਾ, ਮੈਡੀਸਨ ਦੀ ਕਈਆਂ ਕੰਟਰੀਆਂ ਵਿੱਚ ਉਹਨਾਂ ਨੇ ਬਲੈਕ ਮਾਰਕੀਟ 'ਚ ਰਹਿਣ ਦਾ, ਆਕਸੀਜਨ ਨੂੰ ਜਿੱਥੋਂ ਅਸੀਂ ਆਏ ਉੱਥੇ ਆਕਸੀਜਨ ਦਾ ਸਿਆਪਾ ਪਾ ਕੇ ਬਹਿ ਗਏ। ਉਸ ਤੋਂ ਬਾਅਦ ਕਈ ਚੱਕਰ ਪੈ ਗਏ, ਬੈੱਡਸ ਨਹੀਂ ਸੀ ਲੋਕਾਂ ਨੂੰ ਮਿਲਦੇ, ਸਿਸਟਮ ਜਿਹੜਾ ਸਾਰਾ ਫਰੈਗਮੈਂਟਡ ਹੋ ਗਿਆ। ਅਸੀਂ ਇੱਥੋਂ ਸਾਰਿਆਂ ਨੇ ਉੱਥੇ ਹੈਲਪ ਕੀਤੀ, ਇਹ ਨਹੀਂ ਪਤਾ ਵੀ ਪੈਸੇ ਕਿਸੇ ਨੂੰ ਪਹੁੰਚੇ ਕਿ ਨਹੀਂ ਪਹੁੰਚੇ, ਕੋਈ ਸਿਸਟਮ ਦਾ ਤੇ ਪਤਾ ਨਹੀਂ, ਕਿਉਂਕਿ ਇੱਕ ਕਿਸਮ ਦਾ ਕਿਓਸ ਹੀ ਬਿਲਕੁਲ ਹੀ ਸਾਰੇ ਕਨਫਿਊਜ਼। Nobody was prepared for that basically. ਕਿਉਂਕਿ ਸੋ ਮੈਸੇਜ ਕੀ ਹੈ, ਤੋਂ ਪ੍ਰੈਪਰੇਸ਼ਨ ਕਰਨੀ ਪੈਣੀ। ਇਸੇ ਕਰਕੇ ਤੁਹਾਡਾ ਮੈਂ ਫਿਰ ਫਸਟ ਕੁਐਸਚਨ ਦਾ ਆਨਸਰ ਕਰਾਂਗਾ। WHO ਨੇ ਕਿਹਾ ਵੀ ਇਹ ਜਿਹੜਾ ਪੈਂਡੈਮਿਕ ਹੈ ਇਹ ਨਹੀਂ ਵੀ ਇਹ ਲਾਸਟ ਨਾ ਇਹਨੂੰ ਸਮਝੋ, ਆਉਣ ਵਾਲੇ ਸਮੇਂ 'ਚ ਦੁਬਾਰਾ ਵੀ ਇਹੋ ਜਿਹਾ ਕੰਮ ਹੋ ਸਕਦਾ। ਹੰਡਰਡਸ ਆਫ ਵਾਇਰਸ ਨੇ ਉੱਥੇ ਜਿਹੜੀਆਂ ਕਿ ਇਨਫੈਕਸ਼ਨ ਕਰ ਸਕਦੀਆਂ। ਦੁਨੀਆ ਦੇ ਵਿੱਚ ਕਿਉਂ ਹੋਇਆ ਉਹਦੇ ਬਾਰੇ ਆਪਾਂ ਨੂੰ ਵੱਖਰਾ ਪ੍ਰੋਗਰਾਮ ਕਰਨਾ ਪੈਣਾ ਵੀ ਇਹ ਬੈਟਸ ਤੋਂ ਹੋਇਆ ਜਾਂ ਕਿਸੇ ਹੋਰ ਐਨੀਮਲ ਤੋਂ ਹੋਇਆ, ਟਰਾਂਸਮਿਸ਼ਨ ਦਾ ਕੀ ਸੀ, ਕਿਉਂ ਇੰਨੀ ਦੇਰ ਤੱਕ ਵੇਟ ਕੀਤੀ, ਕਿਉਂ ਨਹੀਂ ਪਹਿਲਾਂ ਮੈਡੀਸਨ ਆਈ, ਐਂਟੀਵਾਇਰਲ ਮੈਡੀਕੇਸ਼ਨ ਕਿਉਂ ਨਹੀਂ ਯੂਜ਼ ਕੀਤੀਆਂ, ਕਿਉਂ ਪ੍ਰੋਟੋਕਾਲ ਇੱਕ ਕੰਟਰੀ ਦਾ ਵੱਖਰਾ, ਦੂਜੇ ਦਾ ਵੱਖਰਾ, ਤੀਜੇ ਦਾ ਵੱਖਰਾ। ਜਦੋਂ ਅਖੀਰ ਤੇ ਬੰਦਾ ਫਸਦਾ ਉਹਨੇ ਤਾਂ ਸਾਰਾ ਕੁਝ ਯੂਜ਼ ਕਰਨਾ। ਸਟੀਰਾਇਡਸ ਵੀ ਯੂਜ਼ ਕੀਤੇ, ਹੁਣ ਜਿੱਥੋਂ ਅਸੀਂ ਆਏ ਉੱਥੇ ਸਟੀਰਾਇਡ ਇੰਨੇ ਯੂਜ਼ ਕਰ ਲਏ ਲੋਕਾਂ ਨੂੰ ਫੰਗਸ ਕਰਤੀ। ਵਾਓ। ਸੋ ਇਹ ਜਿਹੜੀਆਂ ਗੱਲਾਂ ਨੇ ਨਾ, ਕੋਈ ਚੈੱਕ ਐਂਡ ਬੈਲੈਂਸਿਸ ਦੀ ਗੱਲ ਤੇ ਕੋਈ ਹੈ ਨਹੀਂ ਹਰ ਜਗ੍ਹਾ ਤੇ। ਪਰ ਫਾਰਚੂਨੇਟਲੀ ਜਿੱਥੇ ਅਸੀਂ ਬੈਠੇ ਹਾਂ ਚੰਗੇ ਲੋਕਾਂ ਦੇ ਕਰਮ ਕੀਤੇ ਨੇ, ਜਿਹੜੇ ਇਸ ਮੁਲਕ 'ਚ ਬਹਿ ਕੇ ਸਾਰੀ ਚੀਜ਼ ਤੁਹਾਨੂੰ ਮਿਲਦੀ ਹੈ, ਤੁਹਾਨੂੰ ਟਾਈਮ ਮਿਲਦਾ ਵੀ ਕ੍ਰਿਟਿਸਾਈਜ਼ ਵੀ ਕਰੋ, ਇੰਪਰੂਵਮੈਂਟ ਵੀ ਕਰੋ, ਹੈਲਪ ਵੀ ਕਰੋ। ਸੋ ਸਾਰਾ ਕੁਝ ਤਾਂ ਅਵੇਲੇਬਲ ਹੈ। ਸੋ ਸਾਰਿਆਂ ਨੂੰ ਇਹੋ ਬੇਨਤੀ ਹੈ ਕਿ ਆਪਾਂ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ, ਪਿਛਲੇ ਹੰਡਰਡਸ ਦਾ ਪ੍ਰੋਗਰਾਮ ਮੈਂ ਤੇ ਤੁਸੀਂ ਕੀਤੇ ਨੇ ਇਸ ਕੰਮ ਲਈ। ਇਨਫੋਰਮੇਸ਼ਨ ਜੋ ਵੀ ਦੇ ਰਹੇ ਹਾਂ ਸਾਰੀ ਜੋ ਵੀ ਅੱਜ ਦੇ ਆਧਾਰ ਤੇ ਹੋ ਸਕਦਾ ਕੱਲ ਨੂੰ ਇੱਕ ਦੀ ਗੱਲ ਇੱਥੋਂ ਬਦਲ ਜੇ। ਯੈਸ ਆਫ ਕੋਰਸ, ਆਪਾਂ ਗਰੰਟੀ ਨਹੀਂ ਕਰ। ਹਾਂਜੀ ਡਾਕਟਰ ਸਾਹਿਬ, ਆਪਣੇ ਕੋਲ ਨੈਕਸਟ 4-5 ਮਿੰਟਸ ਹੈਗੇ ਆ। ਐਂਡ ਦੇ ਵਿੱਚ ਐਜ਼ ਏ ਮੈਡੀਕਲ
ਪ੍ਰੋਫੈਸ਼ਨਲ ਐਜ਼ ਅ ਡਾਕਟਰ ਆਪਣੇ ਲੋਕਾਂ ਨੂੰ ਐਟ ਦਿਸ ਸਿਚੁਏਸ਼ਨ ਦੇ ਤੁਹਾਡੀ ਕੀ ਐਡਵਾਈਸ? ਦੇਖੋ, ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਕੋਵਿਡ-19 ਹੈ ਇਹ ਪਿਛਲੇ 16-17 ਮਹੀਨਿਆਂ 'ਚ ਇਹਨੇ ਸਾਨੂੰ ਸਾਰਿਆਂ ਨੂੰ ਚੱਕਰ 'ਚ ਪਾ ਦਿੱਤਾ। ਇਹਦੀ ਕਹਾਣੀ ਬਦਲਦੀ ਪਈ। ਪਹਿਲੇ ਦਿਨ ਤੋਂ ਇਹਦੇ ਬਾਰੇ ਕੁਛ ਹੋਰ ਗੱਲ ਸੀ, ਅੱਜ ਕੁਛ ਹੋਰ ਗੱਲ ਹੈ। ਪਰ ਅਲਟੀਮੇਟਲੀ ਜਿਹੜਾ ਸਾਰਿਆਂ ਵਾਸਤੇ ਇੰਪੋਰਟੈਂਟ ਗੱਲ ਹੈ ਵੀ ਇਹ ਜਿਹੜੀਆਂ ਇੰਸਟਰਕਸ਼ਨਸ ਇਹਨੂੰ ਫੋਲੋ ਕਰੀਏ। ਵੈਕਸੀਨੇਸ਼ਨ ਲਵਾਓ, अपना जो फिजिकल डिस्टेंस मेनटेन करना पैना, मास्क ਜਿਹੜੇ ਉਹ मेनटेन करने पैने, लाने पैने, जो भी डायरैक्शन प्रोविंस वाले दे रहे फॉलो करिए ताकि ਜਿਹੜਾ ਆਉਣ ਵਾਲਾ ਸਮਾਂ ਉਹਦੇ ਵਿੱਚੋਂ ਜਿੰਨੀ ਜਲਦੀ ਜਿਹੜਾ ਨਾ ਸਿਸਟਮ ਦੇ ਵਿੱਚ ਬਾਹਰ ਆ ਕੇ ਅਸੀਂ ਉਸ ਤਰੀਕੇ ਨਾਲ ਨੋਰਮਲ ਜਿਹੜੀ ਐਕਟੀਵਿਟੀ ਸ਼ੁਰੂ ਕਰੀਏ। ਉਸ ਤੋਂ ਬਿਨਾਂ ਗੱਲ ਨਹੀਂ ਬਣਨੀ, ਕਿਉਂਕਿ ਪਹਿਲੀ ਵਾਰੀ ਤੇ ਵਾਇਰਸ ਨਹੀਂ ਆਈ, 100 ਸਾਲ ਪਹਿਲਾਂ ਵੀ ਵਾਇਰਸ ਆਈ ਸੀ। ਸਪੈਨਿਸ਼ ਫਲੂ ਦੇ ਟਾਈਮ ਤੇ ਵੀ ਇੰਨੀ ਮੁਸ਼ਕਲ ਆਈ ਵੱਡੀ, ਪਰ ਹੁਣ ਜਿਹੜਾ ਸੀ ਕਿਉਂਕਿ ਕੋਲੈਕਟਿਵਲੀ ਜਿਹੜਾ ਇੰਨੇ ਕੰਟਰੀਜ਼ ਨੇ ਪਾਰਟਿਸਿਪੇਟ ਕਰਕੇ ਤੇ ਇਸ ਚੀਜ਼ ਦਾ ਗੋਲ ਜਿਹੜਾ ਅਚੀਵ ਕੀਤਾ। ਸੋ ਅਗੇਨ ਮੇਰਾ ਇੱਕੋ ਹੀ ਹੈਗਾ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਨ ਦਾ ਮਤਲਬ ਕਿ ਜਿਹੜੇ ਰੂਲਸ ਫਾਲੋ ਕਰੀਏ, ਮਾਸਕ ਲਾਓ, ਇਨਫੋਰਮੇਸ਼ਨ ਜਿਹੜੀ ਮਿਲਦੀ ਹੈ ਉਸ ਚੀਜ਼ ਨੂੰ ਅਬਜ਼ਰਵ ਕਰੋ, ਗੌਸਿਪ 'ਚ ਨਾ ਪਾਓ, ਲੋਕਾਂ ਨੂੰ ਇਨਫੋਰਮੇਸ਼ਨ ਅੱਗੇ ਗਲਤ ਨਾ ਭੇਜੋ। ਇਹ ਜਾਦੂ ਟੂਣਿਆਂ ਨਾਲ ਨਹੀਂ ਠੀਕ ਹੋਣੀ, ਇਹ ਕਿਤੇ ਜਾ ਕੇ ਕੋਈ ਪੁੱਠੇ ਗੱਲ ਨਾਲ ਠੀਕ ਨਹੀਂ ਹੋਣੀ। ਜਿੱਥੋਂ ਅਸੀਂ ਆਏ ਹਾਂ ਉੱਥੇ ਕਿੱਡਾ ਵੱਡਾ ਵਾਦ ਵਿਵਾਦ ਪੈ ਗਿਆ, ਆਕਸੀਜਨ ਦੀ ਕਮੀ ਪੈ ਗਈ, ਬੈੱਡਸ ਨਹੀਂ ਮਿਲੇ, ਲੋਕੀ ਬਿਲਕੁਲ ਮੈਸੇਜ ਫਸ ਗਏ। ਉਸ ਤੋਂ ਇਲਾਵਾ ਉੱਥੇ ਕਈ ਤਰ੍ਹਾਂ ਦੇ ਪ੍ਰੋਫੈਸ਼ਨਲ ਜਿਹੜੇ ਇਸ਼ੂਜ਼ ਖੜੇ ਹੋ ਗਏ। ਕੋਈ ਕਹਿ ਰਿਹਾ ਵੀ ਆਹ ਦਵਾਈ ਠੀਕ ਨਹੀਂ, ਉਹ ਨਹੀਂ ਠੀਕ। ਸੋ ਜਿਹੜਾ ਵੀ ਤੁਹਾਡਾ ਡਾਕਟਰ, ਜਿਹੜਾ ਤੁਹਾਡਾ ਪ੍ਰਾਇਮਰੀ ਕੇਅਰ ਡਾਕਟਰ ਹੈ, ਤੁਹਾਡਾ ਫੈਮਿਲੀ ਡਾਕਟਰ ਹੈ, ਉਹ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਉਹਦੇ ਨਾਲ ਗੱਲਬਾਤ ਕਰੋ। ਜਿਹੜੇ ਪ੍ਰੋਵਿੰਸ ਦੇ ਵਿੱਚ ਆਪਾਂ ਰਹਿ ਰਹੇ ਹਾਂ ਉਹ ਸਿਸਟਮ ਜਿਹੜਾ ਸਾਡਾ ਬੜਾ ਵੱਡਾ ਬੜੇ ਸੋਹਣੇ ਤਰੀਕੇ ਨਾਲ ਫੰਕਸ਼ਨ ਕਰਦਾ ਪਿਆ। ਸਾਡੇ ਜਿਹੜਾ ਕੰਟਰੀ ਵੱਲੋਂ ਪ੍ਰਧਾਨ ਮੰਤਰੀ ਦਾ ਤੇ ਆਪਣਾ ਨੰਬਰ 1 ਕੰਮ ਰਿਹਾ ਸਾਰਾ। ਸੋ ਜਦੋਂ ਵੀ ਕੋਈ ਮੁਸ਼ਕਲ ਆਉਂਦੀ ਉਹ ਫਿਕਸ ਕੀਤਾ ਉਹਨਾਂ ਨੇ, ਹਰ ਰੋਜ਼ ਐਕਸਪਲੇਨ ਕੀਤਾ। ਇਸੇ ਤਰੀਕੇ ਨਾਲ ਆਪਣੇ ਪ੍ਰੀਮੀਅਰ ਜਿਹੜੇ ਨੇ BC ਦੇ, ਉਹਨਾਂ ਨੇ ਸਾਰੇ ਲੋਕਾਂ ਨਾਲ ਬੜੀ ਸੋਹਣੀ ਕੋਆਪਰੇਸ਼ਨ ਕੀਤੀ ਹੈ। ਸੋ ਮੈਂ ਸਮਝਦਾ ਕਿ ਚੰਗੇ ਇਹਦੇ ਰਿਜ਼ਲਟ ਹੋਣਗੇ ਤੇ ਆਪਾਂ ਜਦੋਂ ਟਾਈਮ ਆਏਗਾ ਗੱਲ ਕਰਾਂਗੇ। 70% ਰਿਜ਼ਲਟ ਜਿਹੜਾ ਨਾ ਇੱਕ ਲੈਵਲ ਤੇ ਇਮਿਊਨਾਈਜੇਸ਼ਨ ਪਹੁੰਚਣਾ ਇਸ ਮਾਈਲਸਟੋਨ ਹੈ, ਬਹੁਤ ਵੱਡਾ, ਇਹ ਛੋਟੀ ਜਿਹੀ ਗੱਲ ਨਹੀਂ। ਸੋ ਥੈਂਕ ਯੂ ਡਾਕਟਰ ਸਾਹਿਬ, ਤੁਸੀਂ ਆਲਵੇਜ਼ ਆਪਦਾ ਕੀਮਤੀ ਸਮਾਂ ਕੱਢ ਕੇ, ਬਿਜ਼ੀ ਪ੍ਰੋਫੈਸ਼ਨਲ ਹਨ ਤੁਸੀਂ, ਤੇ ਸਾਨੂੰ ਟਾਈਮ ਦਿੰਦੇ ਹੋ ਤੇ ਤੁਹਾਡੇ ਵਿਚਾਰ ਤੁਸੀਂ ਸਾਡੇ ਜਿਹੜੇ ਵਿਊਅਰਸ ਆ ਉਹਨਾਂ ਨਾਲ ਸ਼ੇਅਰ ਕਰਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਵੀ ਗ੍ਰੇਟਲੀ ਐਜ਼ ਅ ਸਟੇਸ਼ਨ ਸਾਂਝਾ TV ਐਪਰੀਸ਼ੀਏਟ ਯੂਰ ਟਾਈਮ ਐਂਡ ਐਫਰਟ। ਬਾਕੀ ਤੁਸੀਂ ਜਿਹੜਾ ਕਮਿਊਨਿਟੀ ਦੇ ਵਿੱਚ ਕੰਟਰੀਬਿਊਟ ਕਰ ਰਹੇ ਹੋ ਉਹ ਤਾਂ ਸਾਰੀ ਕਮਿਊਨਿਟੀ ਨੂੰ ਪਤਾ ਹੀ ਹੈ ਕਿ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਕਿ ਇਹ ਆਪਦਾ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਆ। ਜਦੋਂ ਵੀ ਕਿਤੇ ਲੋੜ ਹੁੰਦੀ ਹੈ ਆਲਵੇਜ਼ ਸਾਹਮਣੇ ਪਹੁੰਚ ਕੇ ਇਹ ਕੰਮ ਕਰਦੇ ਆ। ਸੋ ਐਪਰੀਸ਼ੀਏਟ, ਕੀਪ ਅਪ ਦ ਗੁੱਡ ਵਰਕ। ਐਂਡ ਸੋ ਸਾਡੀ ਗੱਲ ਚੱਲ ਰਹੀ ਸੀ ਡਾਕਟਰ ਗੁਲਜ਼ਾਰ ਚੀਮਾ ਜਿਨ੍ਹਾਂ ਨੇ ਕਿ ਬਹੁਤ ਹੀ ਸੋਹਣੇ ਤਰੀਕੇ ਨਾਲ ਤੁਹਾਨੂੰ ਐਕਸਪਲੇਨ ਕੀਤਾ ਕਿ ਇਹ ਕੋਵਿਡ ਦੀ ਜਿਹੜੀ ਬਿਮਾਰੀ ਹੈਗੀ ਹੈ ਇਹ ਕਿਸ ਤਰ੍ਹਾਂ ਇਫੈਕਟ ਕਰਦੀ ਹੈ। ਬਾਕੀ ਜਿਹੜੇ ਵੈਕਸੀਨਸ ਆ ਉਹਨਾਂ ਦਾ ਕੀ ਫ਼ਰਕ ਹੈ। ਪਰ ਇਹਦੇ ਨਾਲ ਇਹਨਾਂ ਨੇ ਵੀ ਜਿਵੇਂ ਰਿਕੁਐਸਟ ਕੀਤੀ ਤੇ ਮੈਂ ਆਲਵੇਜ਼ ਰਿਕੁਐਸਟ ਕਰਨਾ ਕਿ ਵੈਕਸੀਨ ਤੁਹਾਡਾ ਜਦੋਂ ਟਾਈਮ ਆਉਂਦਾ ਜ਼ਰੂਰ ਲਵਾਓ। ਇਫ ਯੂ ਆਰ ਐਲੀਜੀਬਲ ਫॉर ਸੈਕੰਡ ਵਨ ਉਹਨੂੰ ਲਵਾਓ। ਆਪਣਾ ਜਿਹੜਾ ਕਰਵ ਹੈ ਉਹ ਫਲੈਟਨ ਹੋਇਆ, ਉਹਨੂੰ ਆਪਾਂ ਹੋਰ ਥੱਲੇ ਲੈ ਕੇ ਜਾਣਾ ਆ। ਉਸ ਦੇ ਲਈ ਆਪਾਂ ਨੂੰ ਇਹ ਹੈ ਕਿ ਰਾਈਟ ਨਾਓ ਆਪਾਂ ਨੂੰ ਥੋੜ੍ਹੀ ਜਿਹੀ ਪ੍ਰੀਕਾਸ਼ਨ ਰੱਖਣੀ ਪੈਣੀ ਹੈ। ਜਿਵੇਂ ਡਾਕਟਰ ਸਾਹਿਬ ਨੇ ਕਿਹਾ ਸੋਸ਼ਲ ਡਿਸਟੈਂਸਿੰਗ ਆਪਾਂ ਨੂੰ ਰੱਖਣੀ ਪੈਣੀ ਹੈ, ਮਾਸਕ ਪਾਉਣਾ ਪੈਣਾ ਹੈ, ਜਿਹੜੀ ਹਾਈਜੀਨ ਹੈ ਆਪਣੇ ਘਰੇ ਜਾਂ ਆਫਿਸਿਸ ਦੇ ਵਿੱਚ ਉਹ ਰੱਖਣੀ ਪੈਣੀ ਹੈ, ਭੀੜ ਭੜਾਕੇ ਤੋਂ ਹਲੇ ਵੀ ਬਚਣਾ ਆ ਤਾਂ ਕਿ ਆਪਾਂ ਟਰੂਲੀ ਫਿਰ ਆਪਾਂ ਇੱਕ ਦੂਜੇ ਨੂੰ ਮਿਲ ਕੇ ਜਿਹੜੇ ਆਪਣੇ ਸੋਸ਼ਲ ਇਵੈਂਟਸ ਹੈ, ਬਿਜ਼ਨਸਿਸ ਹੈ, ਸਾਰਿਆਂ ਨੂੰ ਆਪਾਂ ਇੰਜੋਏ ਕਰ ਸਕੀਏ। ਇਸ ਤੋਂ ਇਲਾਵਾ ਸੰਡੇ ਐਸ ਕਮਿੰਗ ਸੰਡੇ June 7th 3 o'clock ਮੇਰਾ ਸਪੈਸ਼ਲ ਇੱਕ ਗੱਲਬਾਤ ਹੋ ਰਹੀ ਹੈ ਨੈਬ ਭਾਟੀਆ ਜਿਨ੍ਹਾਂ ਨੂੰ ਕਿ NBA ਹਾਲ ਆਫ ਫੇਮ ਦੇ ਵਿੱਚ ਇੰਡਕਟ ਕੀਤਾ ਗਿਆ। ਆਪਣੇ ਵਿੱਚ ਇੱਕ ਇਹ ਮਾਈਲਸਟੋਨ ਹੈ। ਪਹਿਲਾਂ ਉਹਨਾਂ ਨੂੰ ਰਿੰਗ ਦਿੱਤੀ ਗਈ ਸੀ ਐਜ਼ ਅ ਸੁਪਰ ਫੈਨ ਤੇ ਸੁਣ ਨਾਓ ਐਜ਼ ਪੱਗਧਾਰੀ ਇੱਕ ਸਿੱਖ ਨੂੰ ਐਡਾ ਵੱਡਾ ਸਨਮਾਨ ਦੇਣਾ। ਜਿਹੜੇ ਕਿ ਟੋਰਾਂਟੋ ਰੈਪਟਰਸ ਦੇ ਸੁਪਰ ਫੈਨ ਹੈ ਉਹਨਾਂ ਨਾਲ ਮੇਰਾ ਪ੍ਰੋਗਰਾਮ ਆਪਣਾ ਪੈਸੀਫਿਕ ਸਟੈਂਡਰਡ ਟਾਈਮ BC ਦਾ ਜਿਹੜਾ 3 o'clock ਈਸਟਰਨ ਸਟੈਂਡਰਡ ਟਾਈਮ ਦੇ ਹਿਸਾਬ ਨਾਲ ਉੱਥੋਂ ਦੇ 6 o'clock ਐਂਡ ਅਲਬਰਟਾ ਦੇ ਵਿੱਚ 4 o'clock ਇਹ ਪ੍ਰੋਗਰਾਮ ਨੂੰ ਪਲੀਜ਼ ਟਿਊਨ ਇਨ ਐਂਡ ਵਾਚ ਐਂਡ ਗਿਵ ਯੂਰ ਫੀਡਬੈਕ। ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਹੈਵ ਏ ਹੈਪੀ ਹੈਲਥੀ ਵੀਕਐਂਡ। ਧੰਨਵਾਦ। ਸਤਿ ਸ਼੍ਰੀ ਅਕਾਲ।